हाँ जी दोस्तों, स्वागत है तुहाडे अपने चैनल गगन एजुकेशन के उपर। अज असी शुरू करन जा रहे हैं जी क्लास 8वीं का NCERT हिस्टरी का 9वां चैप्टर, जिसका नाम है राष्ट्रीय अंदोलन 1870 तो 1947 तक का समा। 1870 तो लैके 1947 तक का साडा जिहड़ा इतिहास रहा हैगा, उस सफ़र की असी गल करांगे इस लैसन दे विच। मेनली राष्ट्रीय अंदोलन इस समय दे विच चलिया सी भारत दे विच, तां किहड़ियां-किहड़ियां घटनावां इस समय दौरान घटियां ते प्रमुख व्यक्ति, प्रमुख लोकां दे नाम, प्रमुख चेहरिਆਂ ਦੀ ਅਸੀਂ ਗੱਲ ਕਰਾਂਗੇ ਜਿਹੜੇ ਭਾਰਤੀ ਰਾਸ਼ਟਰੀ ਅੰਦੋਲਨ ਦੇ ਵਿੱਚ ਸ਼ਾਮਿਲ ਰਹੇ ਅਤੇ ਉਹਨਾਂ ਨੇ ਭਾਰਤ ਨੂੰ ਆਜ਼ਾਦ ਕਰਵਾਉਣ ਦੇ ਵਿੱਚ ਆਪਣੀ ਅਹਿਮ ਭੂਮਿਕਾ ਅਦਾ ਕੀਤੀ। ਤਾਂ ਸ਼ੁਰੂ ਕਰਦੇ ਹਾਂ ਜੀ। ਇਹ 1870 ਤੋਂ ਇਹ ਉਹ ਸਮਾਂ ਸੀ ਜਦੋਂ ਅੰਗਰੇਜ਼ ਭਾਰਤ ਦੇ ਉੱਪਰ ਪੂਰੀ ਤਰ੍ਹਾਂ ਨਾਲ ਰੂਲ ਕਰ ਰਹੇ ਸੀ ਅਤੇ ਨਵੇਂ ਕਾਨੂੰਨ ਬਣਾ ਕੇ ਉਹ ਭਾਰਤ ਦੀਆਂ ਉੱਪਰ ਥੋਪ ਰਹੇ ਸੀ। ਤੇ 1870 ਤੋਂ ਲੈ ਕੇ 1880 ਦਾ ਜਿਹੜਾ ਦਹਾਕਾ ਸੀ, ਇਹ ਇਸ ਤਰ੍ਹਾਂ ਦਾ ਸਮਾਂ ਸੀ ਜਦੋਂ ਅੰਗਰੇਜ਼ਾਂ ਦੁਆਰਾ ਕਈ ਇਸ ਤਰ੍ਹਾਂ ਦੇ ਕਾਨੂੰਨ ਬਣਾਏ ਗਏ ਜਿਨ੍ਹਾਂ ਕਾਰਨ ਲੋਕਾਂ ਦੇ ਵਿੱਚ ਰੋਸ ਪੈਦਾ ਹੋ ਗਿਆ। ਲੋਕ ਕਿਹਨਾਂ ਦੇ ਵਿਰੁੱਧ ਹੋ ਗਏ? ਅੰਗਰੇਜ਼ਾਂ ਦੇ ਵਿਰੁੱਧ ਹੋ ਗਏ। ਉਹਦਾ ਇੱਕ ਕਾਰਨ ਸੀਗਾ ਕਿਉਂਕਿ ਇਹ ਕਾਨੂੰਨ ਇਸ ਤਰ੍ਹਾਂ ਦੇ ਸੀ ਜਿਹੜੇ ਲੋਕਾਂ ਦੇ ਵਿਰੋਧ 'ਚ ਸੀਗੇ, ਅੰਗਰੇਜ਼ਾਂ ਦਾ ਫਾਇਦਾ ਕਰ ਰਹੇ ਸੀ ਤੇ ਭਾਰਤ ਦੇ ਲੋਕਾਂ ਦਾ ਨੁਕਸਾਨ ਕਰ ਰਹੇ ਸੀ। ਇਸ ਕਰਕੇ ਲੋਕ ਅੰਗਰੇਜ਼ਾਂ ਦੇ ਵਿਰੁੱਧ ਹੋ ਗਏ ਸੀ ਇਹਨਾਂ ਕਾਨੂੰਨਾਂ ਦੇ ਕਾਰਨ। ਕਿਹੜੇ ਕਾਨੂੰਨ ਸੀ ਜਿਹੜੇ ਅੰਗਰੇਜ਼ਾਂ ਨੇ ਇਸ ਸਮੇਂ ਦੌਰਾਨ ਬਣਾਏ ਸੀ, ਉਹਨਾਂ ਦੀ ਵੀ ਅਸੀਂ ਗੱਲ ਕਰਦੇ ਹਾਂ। ਸਭ ਤੋਂ ਪਹਿਲਾਂ 1878 ਦੇ ਵਿੱਚ ਆਰਮਸ ਐਕਟ ਬਣਾਇਆ ਗਿਆ ਸੀ। ਆਰਮਸ ਐਕਟ ਹਥਿਆਰ ਸੰਬੰਧੀ ਜਿਹੜਾ ਕਾਨੂੰਨ ਬਣਾਇਆ ਗਿਆ ਸੀਗਾ, ਇਹਦੇ ਵਿੱਚ ਇਹ ਕਿਹਾ ਗਿਆ ਸੀ ਕਿ ਭਾਰਤ ਦੇ ਜਿਹੜੇ ਲੋਕ ਨੇ ਉਹ ਆਪਣੇ ਕੋਲ ਕਿਸੇ ਵੀ ਪ੍ਰਕਾਰ ਦਾ ਹਥਿਆਰ ਹੈ ਜਿਹੜਾ ਉਹ ਨਹੀਂ ਰੱਖ ਸਕਦੇ। ਜਦੋਂ ਕਿ ਅੰਗਰੇਜ਼ਾਂ ਨੂੰ ਇਸ ਚੀਜ਼ ਦੀ ਕੋਈ ਮਨਾਹੀ ਨਹੀਂ ਸੀ, ਤਾਂ ਭਾਰਤੀ ਲੋਕਾਂ ਕੋਲ ਹਥਿਆਰ ਰੱਖਣ ਦਾ ਜਿਹੜਾ ਅਧਿਕਾਰ ਸੀ ਉਹ ਖੋਹ ਲਿਆ ਗਿਆ ਸੀ। ਇਹ ਐਕਟ 1878 ਦੇ ਵਿੱਚ ਪਾਸ ਕੀਤਾ ਗਿਆ ਸੀ ਤੇ ਇਸ ਦੇ ਪ੍ਰਤੀ ਵੀ ਲੋਕਾਂ ਦੇ ਵਿੱਚ ਬਹੁਤ ਜ਼ਿਆਦਾ ਰੋਸ ਪਾਇਆ ਗਿਆ ਸੀ। ਉਸੇ ਸਾਲ ਇੱਕ ਨਵਾਂ ਜਿਹੜਾ ਕਾਨੂੰਨ ਸੀ ਉਹ ਪਾਸ ਕੀਤਾ ਗਿਆ ਜਿਸ ਦਾ ਨਾਮ ਸੀ ਵਰਨੈਕੂਲਰ ਪ੍ਰੈਸ ਐਕਟ। ਵਰਨੈਕੂਲਰ ਪ੍ਰੈਸ ਐਕਟ ਕੀ ਸੀਗਾ? ਇਸ ਦੇ ਵਿੱਚ ਇਹ ਸੀ ਕਿ ਜੇ ਕੋਈ ਵੀ ਵਿਅਕਤੀ ਹੈ, ਜਿਹੜਾ ਕੋਈ ਵੀ ਪਬਲਿਸ਼ਰ ਹੈ, ਜੇ ਉਹ ਕੋਈ ਚੀਜ਼ ਪਬਲਿਸ਼ ਕਰੇਗਾ, ਛਾਪੇਗਾ, ਤਾਂ ਪਹਿਲਾਂ ਉਸ ਨੂੰ ਸਰਕਾਰ ਤੋਂ ਮਨਜ਼ੂਰੀ ਲੈਣੀ ਪਵੇਗੀ। ਸਰਕਾਰ ਤੋਂ ਉਸ ਦੀ ਚੈੱਕ ਪੜਤਾਲ, ਜਿਹੜੀ ਜਾਂਚ ਪੜਤਾਲ ਹੈ ਉਹ ਕਰਵਾਉਣੀ ਪਵੇਗੀ। ਭਾਵ ਕਿ ਹੁਣ ਭਾਰਤ ਦੇ ਜਿਹੜੇ ਪਬਲਿਸ਼ਰ ਸੀ ਉਹ ਕੁਝ ਵੀ ਅੰਗਰੇਜ਼ਾਂ ਦੇ ਖਿਲਾਫ ਲਿਖ ਨਹੀਂ ਸਕਦੇ ਸੀ, ਛਾਪ ਨਹੀਂ ਸਕਦੇ ਸੀ। ਤੇ ਇਸ ਕਾਨੂੰਨ ਦੀ ਵੀ ਬਹੁਤ ਜਣਿਆਂ ਨੇ ਕੀ ਕੀਤੀ, ਆਲੋਚਨਾ ਕੀਤੀ ਤੇ ਸਰਕਾਰ ਦੀ ਆਲੋਚਨਾ ਸੀ ਜਿਹੜੀ ਉਹ ਇਸ ਐਕਟ ਦੇ ਰਾਹੀਂ ਸਰਕਾਰ ਨੇ ਬੰਦ ਕਰਵਾ ਲਈ ਸੀ। ਮੀਨਸ ਹੁਣ ਅਸੀਂ ਸਰਕਾਰ ਨੂੰ ਨਿੰਦ ਨਹੀਂ ਸਕਦੇ ਸੀ, ਕੁਝ ਛਾਪ ਕੇ ਸਰਕਾਰ ਦੀ ਨਿੰਦਿਆ ਜਾਂ ਸਰਕਾਰ ਦੀ ਆਲੋਚਨਾ ਨਹੀਂ ਕਰ ਸਕਦੇ ਸੀ। ਤਾਂ ਇਸ ਤਰ੍ਹਾਂ ਨਾਲ ਸਰਕਾਰ ਦੀ ਆਲੋਚਨਾ ਕਰਨ ਵਾਲਿਆਂ ਨੂੰ ਚੁੱਪ ਕਰਾਇਆ ਗਿਆ ਸੀ ਵਰਨੈਕੂਲਰ ਪ੍ਰੈਸ ਐਕਟ ਦੇ ਰਾਹੀਂ। ਉਸ ਤੋਂ ਬਾਅਦ 1883 ਦੇ ਵਿੱਚ ਐਲਬਰਟ ਬਿੱਲ ਹੈ ਜਿਹੜਾ ਉਹ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ ਅੰਗਰੇਜ਼ਾਂ ਦੁਆਰਾ। ਇਹ ਪਾਸ ਨਹੀਂ ਹੋਇਆ ਸੀ, ਲਾਗੂ ਨਹੀਂ ਹੋਇਆ। ਇਸ ਨੂੰ ਲਾਗੂ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ। ਇਹਦੇ ਵਿੱਚ ਕੀ ਸੀਗਾ? ਇਹਦੇ ਵਿੱਚ ਇਹ ਚੀਜ਼ ਰੱਖੀ ਗਈ ਸੀ ਕਿ ਭਾਰਤ ਦੇ ਜਿਹੜੇ ਜੱਜ ਨੇ, ਭਾਰਤੀ ਜੱਜ ਸੀ ਜਿਹੜੇ, ਹੁਣ ਉਹ ਵੀ ਅੰਗਰੇਜ਼ ਜਾਂ ਯੂਰਪੀ ਵਿਅਕਤੀਆਂ ਦੇ ਮੁਕੱਦਮੇ ਲੜ ਸਕਦੇ ਸੀ, ਚਲਾ ਸਕਦੇ ਸੀ। ਪਹਿਲਾਂ ਇਹ ਹੁੰਦਾ ਸੀਗਾ ਕਿ ਅੰਗਰੇਜ਼ਾਂ ਦੇ ਮੁਕੱਦਮੇ ਨੇ ਸਿਰਫ ਜਿਹੜੇ ਉਹ ਅੰਗਰੇਜ਼ ਲੋਕ ਹੀ, ਅੰਗਰੇਜ਼ੀ ਜਿਹੜੇ ਜੱਜ ਨੇਗੇ, ਯੂਰਪੀ ਜੱਜ ਨੇ, ਉਹੀ ਲੜ ਸਕਦੇ ਸੀ। ਪਰ ਇਸ ਦੇ ਐਲਬਰਟ ਬਿੱਲ ਦੇ ਵਿੱਚ ਇਹ ਚੀਜ਼ ਲਿਆਉਣ ਦੀ ਕੋਸ਼ਿਸ਼ ਕੀਤੀ ਗਈ ਸੀ, ਪਰ ਇਸ ਦਾ ਅੰਗਰੇਜ਼ਾਂ ਵੱਲੋਂ ਵਿਰੋਧ ਕੀਤਾ ਗਿਆ, ਜਿਸ ਤੋਂ ਬਾਅਦ ਇਹ ਜਿਹੜਾ ਕਾਨੂੰਨ ਆ ਉਹ ਪਾਸ ਨਾ ਹੋ ਸਕਿਆ। ਤਾਂ ਇਹ ਜਿਹੜੇ ਵੀ ਕਾਨੂੰਨ ਇਸ ਸਮੇਂ ਦੇ ਦੌਰਾਨ ਬਣੇ ਸੀ, ਉਹਦੇ ਵਿੱਚ ਇਹ ਆਰਮਸ ਐਕਟ ਹੋਵੇ, ਵਰਨੈਕੂਲਰ ਪ੍ਰੈਸ ਐਕਟ ਹੋਵੇ, ਇਹ ਦੱਸ ਰਹੇ ਨੇ ਕਿ ਭਾਰਤ ਦੇ ਲੋਕਾਂ ਦੇ ਉੱਪਰ ਅੰਗਰੇਜ਼ ਆਪਣੇ ਫੈਸਲੇ ਥੋਪ ਰਹੇ ਸੀ ਤੇ ਭਾਰਤੀਆਂ ਦੀ ਆਜ਼ਾਦੀ ਨੂੰ ਖੋਇਆ ਜਾ ਰਿਹਾ ਸੀ। ਜਦੋਂ ਕਿ ਐਲਬਰਟ ਬਿੱਲ ਹੈ ਜਿਹੜਾ ਸਾਨੂੰ ਦੱਸਦਾ ਹੈਗਾ ਕਿ ਅੰਗਰੇਜ਼ ਆਪਣੇ ਫਾਇਦੇ ਲਈ ਕਾਨੂੰਨ ਬਣਾਉਣਾ ਜਾਣਦੇ ਸੀ, ਭਾਰਤ ਦੇ ਲੋਕਾਂ ਦਾ ਜਿਹੜਾ ਫਾਇਦਾ ਹੈ ਉਹ ਉਹਨਾਂ ਨੂੰ ਨਹੀਂ ਦਿਖਦਾ ਸੀਗਾ। ਐਲਬਰਟ ਜਿਹੜਾ ਬਿੱਲ ਪੇਸ਼ ਕੀਤਾ ਗਿਆ ਸੀ, ਪਰ ਇਸ ਨੂੰ ਕਾਨੂੰਨ ਨਹੀਂ ਬਣਨਾ ਦਿੱਤਾ ਗਿਆ। ਤਾਂ ਇਹ ਤਾਂ ਸੀ ਜੀ
ਇਹ ਸਮਾਂ ਜਦੋਂ ਭਾਰਤ ਦੇ ਲੋਕਾਂ ਦੇ ਵਿੱਚ ਰੋਸ ਪੈਦਾ ਹੋ ਗਿਆ ਸੀਗਾ ਅੰਗਰੇਜ਼ਾਂ ਦੇ ਪ੍ਰਤੀ। ਤਾਂ 1880 ਜਾਂ 1885 ਦਾ ਸਮਾਂ ਇਸ ਤਰ੍ਹਾਂ ਦਾ ਸਮਾਂ ਸੀ ਕਿ ਭਾਰਤ ਦੇ ਜਿਹੜੇ ਲੋਕ ਸੀਗੇ ਉਹ ਛੋਟੀਆਂ ਭੀੜਾਂ ਦੇ ਵਿੱਚ, ਭੀੜ ਦੇ ਰੂਪ ਦੇ ਵਿੱਚ ਇਹਨਾਂ ਚੀਜ਼ਾਂ ਦਾ ਵਿਰੋਧ ਕਰ ਦਿੰਦੇ ਸੀਗੇ। 1857 ਦਾ ਵਿਦਰੋਹ ਇਸ ਤੋਂ ਪਹਿਲਾਂ ਹੋਇਆ ਸੀ, ਜਿਹੜਾ ਕਿ ਇੱਕ ਬਹੁਤ ਵੱਡਾ ਵਿਦਰੋਹ ਸੀ, ਪਰ ਇਹ ਪੂਰੀ ਤਰ੍ਹਾਂ ਨਾਲ ਸਫਲ ਨਹੀਂ ਹੋ ਸਕਿਆ। ਉਸ ਤੋਂ ਬਾਅਦ ਪਰ ਭਾਰਤ ਦੇ ਕੋਲ ਕੋਈ ਇਸ ਤਰ੍ਹਾਂ ਦੀ ਰਾਜਨੀਤਿਕ ਸੰਸਥਾ ਨਹੀਂ ਸੀ ਜਿਹੜੀ ਕਿ ਅੰਗਰੇਜ਼ਾਂ ਦੀਆਂ ਪਾਲਿਸੀਆਂ ਦਾ ਕੀ ਕਰ ਸਕੇ, ਵਿਰੋਧ ਕਰ ਸਕੇ। ਤਾਂ ਉਸ ਤੋਂ ਬਾਅਦ 1885 ਦੇ ਵਿੱਚ ਨਿਰਮਾਣ ਕੀਤਾ ਜਾਂਦਾ ਹੈਗਾ ਇੰਡੀਅਨ ਨੈਸ਼ਨਲ ਕਾਂਗਰਸ ਦਾ, ਭਾਰਤੀ ਰਾਸ਼ਟਰੀ ਕਾਂਗਰਸ ਦਾ। ਹੁਣ ਭਾਰਤੀ ਰਾਸ਼ਟਰੀ ਕਾਂਗਰਸ ਦਾ ਜਿਹੜਾ ਨਿਰਮਾਣ ਕੀਤਾ ਗਿਆ 1885 ਦੇ ਵਿੱਚ, ਇਹ ਇੱਕ ਰਿਟਾਇਰਡ ਬ੍ਰਿਟਿਸ਼ ਆਫੀਸਰ ਸੀਗੇ ਏ.ਓ. ਹਿਊਮ, ਇਹਨਾਂ ਰਾਹੀਂ ਕੀਤਾ ਗਿਆ। ਵੈਸੇ ਕਿਹਾ ਤਾਂ ਇਹ ਜਾਂਦਾ ਹੈਗਾ ਕਿ ਇਹਨਾਂ ਨੇ ਅੰਗਰੇਜ਼ਾਂ ਦੇ ਫਾਇਦੇ ਦੇ ਲਈ ਹੀ ਕਾਂਗਰਸ ਦਾ ਨਿਰਮਾਣ ਕੀਤਾ ਸੀ, ਪਰ ਅਸਲ ਦੇ ਵਿੱਚ ਕੀ ਹੋਇਆ ਕਿ ਭਾਰਤੀ ਰਾਸ਼ਟਰੀ ਕਾਂਗਰਸ ਇੱਕ ਇਸ ਤਰ੍ਹਾਂ ਦਾ ਸੰਗਠਨ ਬਣ ਗਿਆ ਸੀ ਜਿਹੜਾ ਕਿ ਭਾਰਤ ਦੇ ਲੋਕਾਂ ਦੀ ਆਵਾਜ਼ ਅੰਗਰੇਜ਼ਾਂ ਤੱਕ ਪਹੁੰਚਾ ਰਿਹਾ ਸੀ ਤੇ ਅੰਗਰੇਜ਼ਾਂ ਦੀਆਂ ਪਾਲਿਸੀਆਂ ਨੂੰ ਨਿੰਦਣਾ ਉਹਨਾਂ ਨੇ ਸ਼ੁਰੂ ਕਰਤਾ ਸੀਗਾ। ਇਹਦੇ ਵਿੱਚ ਕੀ ਹੋਇਆ ਸੀਗਾ ਕਿ ਅਲੱਗ-ਅਲੱਗ ਭਾਰਤ ਦੇ ਅਲੱਗ-ਅਲੱਗ ਥਾਵਾਂ ਤੋਂ 72 ਜਿਹੜੇ ਪ੍ਰਤੀਨਿਧੀ ਸੀ, 72 ਜਿਹੜੇ ਪ੍ਰਤੀਨਿਧੀ ਸੀ, ਅਲੱਗ-ਅਲੱਗ ਕਮਿਊਨਿਟੀਆਂ ਨੂੰ ਜਿਹੜੇ ਰਿਪਰੈਜ਼ੈਂਟ ਕਰ ਰਹੇ ਸੀ, ਅਲੱਗ-ਅਲੱਗ ਖੇਤਰਾਂ ਨੂੰ ਰਿਪਰੈਜ਼ੈਂਟ ਕਰ ਰਹੇ ਸੀ, ਉਹ ਬੰਬਈ ਵਿਖੇ ਇਕੱਠੇ ਹੋਏ। ਉੱਥੇ ਉਹਨਾਂ ਨੇ ਇੱਕ ਮੀਟਿੰਗ ਕੀਤੀ, ਸਭਾ ਕੀਤੀ, ਜਿਸ ਦੇ ਵਿੱਚ ਭਾਰਤੀ ਰਾਸ਼ਟਰੀ ਕਾਂਗਰਸ ਦਾ ਗਠਨ ਕੀਤਾ ਗਿਆ। ਉਸ ਤੋਂ ਬਾਅਦ ਇਸ ਦੇ ਅਸੀਂ ਮੁੱਖ ਉਦੇਸ਼ਾਂ ਦੀ ਗੱਲ ਕਰਾਂਗੇ ਕਿ ਮੇਨ ਏਮ ਕੀ ਸੀਗੇ, ਕਿਉਂ ਇਸ ਦਾ ਜਿਹੜਾ ਗਠਨ ਹੈ ਉਹ ਕੀਤਾ ਗਿਆ। ਤਾਂ ਉਸ ਤੋਂ ਜਾਂ ਗਠਨ ਤੋਂ ਬਾਅਦ ਇਹਨਾਂ ਦੇ ਮੇਨ ਮਕਸਦ ਕੀ ਸੀ ਅੰਗਰੇਜ਼ਾਂ ਪ੍ਰਤੀ, ਕੀ ਇਹ ਡਿਮਾਂਡ ਸੀ, ਜਿਹੜੀਆਂ ਆਪਣੀਆਂ ਮੰਗਾਂ ਉਹ ਪਹੁੰਚਾਉਣੀਆਂ ਚਾਹੁੰਦੇ ਸੀ। ਸਭ ਤੋਂ ਪਹਿਲੀ ਮੰਗ ਤਾਂ ਇਹਨਾਂ ਦੀ ਇਹ ਸੀ ਕਿ ਜਿਹੜੀਆਂ ਵਿਧਾਨ ਪ੍ਰੀਸ਼ਦਾਂ ਨੇਗੀਆਂ ਉਹਨਾਂ ਦੇ ਵਿੱਚ ਭਾਰਤੀਆਂ ਨੂੰ ਜ਼ਿਆਦਾ ਗਿਣਤੀ ਦੇ ਵਿੱਚ ਸ਼ਾਮਲ ਕੀਤਾ ਜਾਵੇ। ਪਹਿਲਾਂ ਕੀ ਸੀਗਾ ਕਿ ਅੰਗਰੇਜ਼ਾਂ ਦੀ ਗਿਣਤੀ ਜ਼ਿਆਦਾ ਹੁੰਦੀ ਸੀ ਵਿਧਾਨ ਪ੍ਰੀਸ਼ਦ ਦੇ ਵਿੱਚ, ਤੇ ਭਾਰਤ ਦੇ ਜਿਹੜੇ ਲੋਕ ਸੀ ਉਹਨਾਂ ਨੂੰ ਨਾ ਮਾਤਰ ਹੀ ਚੁਣਿਆ ਜਾਂਦਾ ਸੀਗਾ। ਟੈਕਸ ਲਗਾਨ ਨੂੰ ਘੱਟ ਕੀਤਾ ਜਾਵੇ ਅਤੇ ਫੌਜੀ ਖਰਚੇ ਦੇ ਵਿੱਚ ਕਮੀ ਕੀਤੀ ਜਾਵੇ। ਅੰਗਰੇਜ਼ ਭਾਰਤ ਦੇ ਲੋਕਾਂ ਦੇ ਉੱਪਰ ਭਾਰੀ ਟੈਕਸ ਲਗਾ ਰਹੇ ਸੀ ਅਤੇ ਇਸ ਤੋਂ ਇਲਾਵਾ ਉਹ ਭਾਰਤ ਦਾ ਜਿਹੜਾ ਪੈਸਾ ਸੀ ਉਹ ਆਪਣੇ ਫੌਜੀ ਖਰਚੇ ਦੇ ਵਿੱਚ ਖਰਚ ਕਰ ਰਹੇ ਸੀ। ਤਾਂ ਕਾਂਗਰਸ ਦਾ ਇਹ ਮੰਗ ਸੀ ਕਿ ਇਸ ਨੂੰ ਕੀ ਕੀਤਾ ਜਾਵੇ, ਘੱਟ ਕੀਤਾ ਜਾਵੇ। ਅਤੇ ਉਸ ਤੋਂ ਬਾਅਦ ਐਗਰੀਕਲਚਰ ਨਾਲ ਰਿਲੇਟਡ ਜਿਹੜੀ ਡਿਮਾਂਡ ਸੀ ਕਾਂਗਰਸ ਦੀ ਉਹ ਇਹ ਸੀ ਕਿ ਇਰੀਗੇਸ਼ਨ ਦੇ ਲਈ, ਸਿੰਚਾਈ ਦੇ ਲਈ ਜ਼ਿਆਦਾ ਤੋਂ ਜ਼ਿਆਦਾ ਜਿਹੜੇ ਫੰਡ ਆ ਉਹ ਸਰਕਾਰ ਮੁਹੱਈਆ ਕਰਾਵੇ। ਸਿੰਚਾਈ ਲਈ ਜਿਹੜੇ ਦਿੱਤੇ ਜਾਂਦੇ ਫੰਡ ਸੀਗੇ ਉਹ ਬਹੁਤ ਘੱਟ ਸੀ, ਜਿਸ ਕਾਰਨ ਫਸਲਾਂ ਕੀ ਹੋ ਜਾਂਦੀਆਂ ਸੀ, ਖਰਾਬ ਹੋ ਜਾਂਦੀਆਂ ਸੀ, ਜਾਂ ਉਹ ਉਤਪਾਦਨ ਹੈ ਜਿਹੜਾ ਉਹ ਵਧੀਆ ਨਹੀਂ ਹੁੰਦਾ ਸੀਗਾ। ਤਾਂ ਇਹ ਜਿਹੜਾ ਸਮਾਂ ਸੀਗਾ 1885 ਤੋਂ ਲੈ ਕੇ 1900 ਤੱਕ ਦਾ ਸਮਾਂ ਸੀ, ਇਹ ਮੱਧਮ ਵਰਗੀਆਂ ਦਾ ਸਮਾਂ ਸੀ। ਜਿਹੜੀ ਕਾਂਗਰਸ ਸੀ ਉਹਦੇ ਵਿੱਚ ਮੱਧਮ ਵਰਗੀ ਲੋਕ ਜਾਂ ਫਿਰ ਨਰਮ ਦਲ ਦੇ ਲੋਕ ਜ਼ਿਆਦਾ ਸੀਗੇ। ਦਾਦਾ ਭਾਈ ਨੌਰੋਜੀ ਵਗੈਰਾ ਜਿਹੜੇ ਕਿ ਗੱਲਬਾਤ ਨਾਲ ਮਸਲੇ ਦਾ ਹੱਲ ਕਰਨਾ ਚਾਹੁੰਦੇ ਸੀ, ਤੇ ਉਹ ਚਾਹੁੰਦੇ ਸੀ ਕਿ ਜੇ ਅਸੀਂ ਅੰਗਰੇਜ਼ਾਂ ਨੂੰ ਆਪਣੀਆਂ ਜਿਹੜੀਆਂ ਮੰਗਾਂ ਨੇ ਉਹਨਾਂ ਬਾਰੇ ਦੱਸਾਂਗੇ ਤਾਂ ਅੰਗਰੇਜ਼ ਉਹਨਾਂ 'ਤੇ ਵਿਚਾਰ ਜ਼ਰੂਰ ਕਰਨਗੇ। ਪਰ 1900 ਤੋਂ ਬਾਅਦ ਇੱਕ ਇਸ ਤਰ੍ਹਾਂ ਦਾ ਧੜਾ ਜਿਹੜਾ ਪੈਦਾ ਹੋ ਗਿਆ ਸੀ ਕਾਂਗਰਸ ਦੇ ਵਿੱਚ, ਜਿਸ ਨੂੰ ਗਰਮ ਦਲ ਕਿਹਾ ਜਾਣ ਲੱਗ ਗਿਆ। ਗਰਮ ਦਲ ਕੀ ਸੀਗਾ? ਗਰਮ ਦਲ ਦੇ ਵਿੱਚ ਜਿਹੜੇ ਲੋਕ ਸੀ ਉਹ ਮੇਨਲੀ 3 ਵਿਅਕਤੀਆਂ ਦੀ ਗੱਲ ਕੀਤੀ ਜਾਂਦੀ ਹੈ, ਪਾਲ, ਬਾਲ ਤੇ ਲਾਲ। ਬਿਪਿਨ ਚੰਦਰ ਪਾਲ, ਬਾਲ ਗੰਗਾਧਰ ਤਿਲਕ ਤੇ ਲਾਲ ਬਹਾਦਰ ਸ਼ਾਸਤਰੀ। ਇਹ ਚਾਹੁੰਦੇ ਸੀਗੇ ਜਿਹੜੀਆਂ ਆਪਣੀਆਂ ਮੰਗਾਂ ਨੇ, ਸਾਡੀ ਜਿਹੜੀ ਆਜ਼ਾਦੀ ਹੈ ਉਹ ਗੱਲਾਂ ਨਾਲ ਨਹੀਂ ਆਉਣੀ, ਸਾਨੂੰ ਅੰਗਰੇਜ਼ਾਂ ਦੇ ਵਿਰੁੱਧ ਬਗਾਵਤ ਕਰਨੀ ਪਊਗੀ, ਲੜਾਈ ਛੇੜਨੀ ਪਊਗੀ। ਤਾਂ ਇਸ ਤਰ੍ਹਾਂ ਨਾਲ ਕਾਂਗਰਸ ਨਰਮ ਦਲ ਅਤੇ ਗਰਮ ਦਲ ਦੇ ਵਿੱਚ ਵੰਡੀ ਗਈ ਸੀਗੀ। 1900 ਤੱਕ ਦਾ ਸਮਾਂ ਇਹ ਵੀ ਸੀ ਕਿ ਕਾਂਗਰਸ ਦਾ ਉਦੋਂ ਮੁੱਖ ਉਦੇਸ਼ ਇਹ ਡਿਮਾਂਡਸ ਨੂੰ ਜਿਹੜੀਆਂ ਪੂਰੀਆਂ ਕਰਵਾਉਣਾ ਸੀ, ਨਾ ਕਿ ਪੂਰਨ ਸੁਤੰਤਰਤਾ ਪ੍ਰਾਪਤ ਕਰਨਾ। ਪੂਰਨ ਸਵਰਾਜ ਦੀ ਪ੍ਰਾਪਤੀ ਦੀ ਜਿਹੜੀ ਮੰਗ ਹੈ ਉਹ ਬਾਅਦ ਦੇ ਵਿੱਚ 1929 ਦੇ ਵਿੱਚ ਰੱਖੀ ਗਈ ਸੀਗੀ। ਇੱਥੋਂ ਤੱਕ ਤਾਂ ਜਿਹੜੇ ਕਾਂਗਰਸ ਸੀ ਉਹ ਸਿਰਫ ਇੱਕ ਕੜੀ ਦਾ ਕੰਮ ਕਰ ਰਹੀ ਸੀ ਭਾਰਤ ਦੇ ਲੋਕਾਂ ਅਤੇ ਅੰਗਰੇਜ਼ੀ ਸਰਕਾਰ ਦੇ ਵਿਚਕਾਰ। ਤਾਂ ਉਸ ਤੋਂ ਬਾਅਦ ਆਉਂਦਾ ਜੀ ਸਮਾਂ 1905 ਦਾ, ਜਦੋਂ ਬੰਗਾਲ ਦੀ ਵੰਡ ਕੀਤੀ ਜਾਂਦੀ ਹੈ। ਲਾਰਡ ਕਰਜ਼ਨ ਉਦੋਂ ਸਾਡੇ ਗਵਰਨਰ ਸੀਗੇ, ਉਹਨਾਂ ਨੇ ਬੰਗਾਲ ਨੂੰ 2 ਹਿੱਸਿਆਂ ਵਿੱਚ ਵੰਡ ਦਿੱਤਾ, ਪੱਛਮੀ ਬੰਗਾਲ ਅਤੇ ਪੂਰਬੀ ਬੰਗਾਲ। ਤੇ ਇਸ ਦਾ ਇਹ ਤਰਕ ਦਿੱਤਾ ਗਿਆ ਕਿ ਬੰਗਾਲ ਹੈ ਜਿਹੜਾ ਉਹ ਬਹੁਤ ਵੱਡਾ ਸਟੇਟ ਹੈ, ਇਸ ਕਰਕੇ ਉਸ ਨੂੰ ਚਲਾਉਣ ਦੇ ਵਿੱਚ ਬੜੀ ਦਿੱਕਤ ਆ ਰਹੀ ਹੈ, ਤੇ ਪ੍ਰਸ਼ਾਸਨਿਕ ਸੁਵਿਧਾ ਕਰਕੇ
ਵੀ ਉਸ ਨੂੰ ਵਧੀਆ ਤਰੀਕੇ ਨਾਲ ਸੰਭਾਲਿਆ ਜਾਵੇ, ਹੈਂਡਲ ਕੀਤਾ ਜਾਵੇ, ਚਲਾਇਆ ਜਾ ਸਕੇ, ਇਸ ਕਰਕੇ ਇਸ ਨੂੰ ਵੰਡਿਆ ਗਿਆ ਹੈਗਾ। ਪਰ ਅਸਲ ਮਕਸਦ ਇਸ ਦੇ ਵਿੱਚ ਹਿੰਦੂ ਮੁਸਲਿਮ ਜਿਹੜੀ ਏਕਤਾ ਸੀ ਉਸ ਦੇ ਵਿੱਚ ਫੁੱਟ ਪਾਉਣਾ ਸੀਗਾ, ਤੇ ਇਸ ਚੀਜ਼ ਦੇ ਵਿੱਚ ਇਹ ਸਫਲ ਵੀ ਹੋ ਗਏ ਸੀਗੇ। ਤਾਂ ਜਦੋਂ ਲਾਰਡ ਕਰਜ਼ਨ ਨੇ ਇਸ ਨੂੰ ਬੰਗਾਲ ਨੂੰ ਵੰਡਿਆ ਤਾਂ ਉਸ ਤੋਂ ਬਾਅਦ ਇਸ ਦੇ ਵਿਰੋਧ ਦੇ ਵਿੱਚ ਭਾਰਤ ਦੇ ਵਿੱਚ ਸਵਦੇਸ਼ੀ ਅੰਦੋਲਨ ਸੀ ਜਿਹੜਾ ਉਹ ਸ਼ੁਰੂ ਹੋ ਗਿਆ ਸੀਗਾ। ਸਵਦੇਸ਼ੀ ਅੰਦੋਲਨ ਦੇਸ਼ ਦੇ ਅਲੱਗ-ਅਲੱਗ ਭਾਗਾਂ ਦੇ ਵਿੱਚ ਅਲੱਗ-ਅਲੱਗ ਨਾਵਾਂ ਦੇ ਨਾਲ ਚੱਲਿਆ ਸੀਗਾ, ਜਿਵੇਂ ਕਿ ਆਂਧਰਾ ਪ੍ਰਦੇਸ਼ ਦੇ ਜਿਹੜੇ ਡੈਲਟਾਈ ਖੇਤਰ ਸੀ, ਜਿੱਥੇ ਡੈਲਟਾ ਬਣਦਾ, ਕੋਸਟਲ ਏਰੀਆਜ਼ ਨੇਗੇ, ਉਹਨਾਂ ਦੇ ਵਿੱਚ ਸਵਦੇਸ਼ੀ ਅੰਦੋਲਨ ਨੂੰ ਵੰਦੇ ਮਾਤਰਮ ਅੰਦੋਲਨ ਦੇ ਨਾਮ ਨਾਲ ਜਾਣਿਆ ਗਿਆ ਸੀ। ਇਹਦੇ ਵਿੱਚ ਮੇਨ ਮਕਸਦ ਕੀ ਸੀਗਾ, ਮੇਨ ਚੀਜ਼ ਕੀ ਸੀ ਕਿ ਜਿਹੜੀਆਂ ਵੀ ਬ੍ਰਿਟਿਸ਼ ਵਸਤੂਆਂ ਨੇ, ਬ੍ਰਿਟਿਸ਼ ਅੰਗਰੇਜ਼ਾਂ ਦੁਆਰਾ ਬਣਾਈਆਂ ਗਈਆਂ ਚੀਜ਼ਾਂ ਨੇ, ਉਹਨਾਂ ਦਾ ਬਹਿਸ਼ਕਾਰ ਕਰਨਾ, ਮੀਨਸ ਉਹਨਾਂ ਨੂੰ ਯੂਜ਼ ਨਾ ਕਰਨਾ, ਸਵਦੇਸ਼ ਆਪਣੇ ਦੇਸ਼ ਦੀਆਂ ਚੀਜ਼ਾਂ ਦਾ ਇਸਤੇਮਾਲ ਕਰਨਾ। ਤਾਂ ਇਹ ਸਵਦੇਸ਼ੀ ਅੰਦੋਲਨ ਸੀਗਾ ਜਿਹੜਾ ਕਿ ਬੰਗਾਲ ਵੰਡ ਦੇ ਖਿਲਾਫ ਚਲਾਇਆ ਗਿਆ ਸੀ। ਉਸ ਸਮੇਂ ਦੌਰਾਨ ਕਈ ਨੇਤਾਵਾਂ ਦੁਆਰਾ, ਕਾਂਗਰਸ ਦੁਆਰਾ ਚਲਾਇਆ ਗਿਆ ਸੀ। ਉਸ ਤੋਂ ਬਾਅਦ 1905 ਤੋਂ ਬਾਅਦ ਸਮਾਂ ਆਉਂਦਾ 1906 ਦਾ। 1906 ਦੇ ਸਮੇਂ ਦੇ ਦੌਰਾਨ 1906 ਦਾ ਜਿਹੜਾ ਸਾਲ ਸੀ, ਉਸ ਸਾਲ ਦੇ ਵਿੱਚ ਨਿਰਮਾਣ ਹੁੰਦਾ ਜੀ ਮੁਸਲਿਮ ਲੀਗ ਦਾ। ਮੁਸਲਿਮ ਲੀਗ ਦਾ ਗਠਨ ਕੀਤਾ ਜਾਂਦਾ ਢਾਕਾ ਵਿਖੇ, ਜਿਹੜਾ ਪ੍ਰੈਜ਼ੈਂਟ ਬੰਗਲਾਦੇਸ਼ ਦੀ ਰਾਜਧਾਨੀ ਹੈ, ਉਦੋਂ ਬੰਗਾਲ ਦਾ ਹਿੱਸਾ ਸੀਗਾ। ਤਾਂ ਢਾਕਾ ਵਿਖੇ ਇਸ ਦਾ ਗਠਨ ਕੀਤਾ ਗਿਆ। ਤਾਂ ਇਹ ਮੁਸਲਿਮ ਲੋਕਾਂ ਦਾ ਸੰਗਠਨ ਸੀ ਜਿਹੜਾ ਕਿ ਮੁਸਲਿਮ ਲੋਕਾਂ ਦੇ ਜਿਹੜੇ ਅਧਿਕਾਰ ਸੀ ਉਹਨਾਂ ਦੀ ਰੱਖਿਆ ਦੇ ਲਈ ਬਣਾਇਆ ਗਿਆ ਸੀ। ਤਾਂ ਇਹਨਾਂ ਨੇ ਕੀ ਕੀਤਾ ਕਿ ਬੰਗਾਲ ਜਿਹੜੀ ਵੰਡ ਕੀਤੀ ਗਈ ਸੀ ਅੰਗਰੇਜ਼ਾਂ ਦੁਆਰਾ, ਉਸ ਨੂੰ ਸਮਰਥਨ ਦਿੱਤਾ, ਉਸ ਦੀ ਸਪੋਰਟ ਕਰਤੀ ਕਿ ਇਹ ਜਿਹੜੀ ਵੰਡ ਆ ਉਹ ਬਿਲਕੁਲ ਠੀਕ ਹੈ। ਅਤੇ ਇਹਨਾਂ ਨੇ ਇੱਥੋਂ ਤੱਕ ਮੰਗ ਰੱਖਤੀ ਕਿ ਮੁਸਲਮਾਨਾਂ ਦੇ ਲਈ ਅਲੱਗ ਨਿਰਵਾਚਿਕਾ ਬਣਾਈ ਜਾਵੇ, ਮੀਨਸ ਜਿਹੜੇ ਮੁਸਲਮਾਨਾਂ ਦੇ ਇਲੈਕਸ਼ਨਸ ਨੇ ਉਹਨਾਂ ਨੂੰ ਅਲੱਗ ਤਰੀਕੇ ਨਾਲ ਕੰਡਕਟ ਕੀਤਾ ਜਾਵੇ, ਜਿਹੜਾ ਕਿ ਅੰਗਰੇਜ਼ਾਂ ਦੇ ਲਈ ਇੱਕ ਬਹੁਤ ਵੱਡਾ ਗਿਫਟ ਸੀ। ਤਾਂ ਅੰਗਰੇਜ਼ ਤਾਂ ਇਹੀ ਚਾਹੁੰਦੇ ਸੀ ਕਿ ਹਿੰਦੂ ਤੇ ਮੁਸਲਿਮ ਨੇ ਜਿਹੜੇ ਉਹ ਆਪਸ ਦੇ ਵਿੱਚ ਅਲੱਗ-ਅਲੱਗ ਹੋ ਕੇ ਰਹਿਣ, ਕਿਉਂਕਿ 1920 ਦੇ ਵਿੱਚ ਅੱਗੇ ਜਾ ਕੇ ਅਸਹਿਯੋਗ ਅੰਦੋਲਨ ਦੇ ਵਿੱਚ ਇਹਨਾਂ ਦੀ ਏਕਤਾ ਨੇ ਬਹੁਤ ਕੰਮ ਕੀਤਾ ਸੀਗਾ। ਤੇ 1909 ਦੇ ਵਿੱਚ ਇਹ ਮੰਗ ਹੈ ਜਿਹੜੀ ਉਹ ਮੰਨ ਲਈ ਗਈ ਸੀ। ਹਿੰਦੂ ਮੁਸਲਿਮ ਏਕਤਾ ਨੂੰ ਭੰਗ ਕਰਨ ਦਾ ਮੇਨ ਮਕਸਦ ਇੱਕ ਇਹ ਵੀ ਸੀ ਕਿ 1857 ਦਾ ਜਿਹੜਾ ਵਿਦਰੋਹ ਹੋਇਆ ਸੀ ਉਸ ਦੇ ਵਿੱਚ ਅੰਗਰੇਜ਼ਾਂ ਨੂੰ ਬਹੁਤ ਜ਼ਿਆਦਾ ਨੁਕਸਾਨ ਹੋਇਆ ਸੀ। ਮੁਸਲਮਾਨਾਂ ਨੂੰ ਉਹ ਇਸ ਦਾ ਜਿਹੜਾ ਮੁੱਖ ਦੋਸ਼ੀ ਮੰਨਦੇ ਸੀ ਅੰਗਰੇਜ਼, ਕਿ ਇਹ ਸਾਰਾ ਜਿਹੜਾ ਕੰਮ ਹੈ ਉਹ ਮੁਸਲਿਮ ਲੋਕਾਂ ਕਰਕੇ ਹੋਏਗਾ। ਇਸ ਲਈ ਉਹ ਅੰਗਰੇਜ਼ ਸੀ ਜਿਹੜੇ ਮੁਸਲਿਮ ਤੇ ਹਿੰਦੂ ਲੋਕਾਂ ਨੂੰ ਆਪਸ ਦੇ ਵਿੱਚ ਲੜਾਉਣਾ ਚਾਹੁੰਦੇ ਸੀ। ਤਾਂ ਉਹਨਾਂ ਦੀ ਅਲੱਗ ਨਿਰਵਾਚਿਕਾ ਦੀ ਜਿਹੜੀ ਮੰਗ ਸੀ ਉਹ 1909 ਦੇ ਵਿੱਚ ਮੰਨ ਲਈ ਗਈ ਸੀ। ਪਰ ਉਸ ਤੋਂ ਪਹਿਲਾਂ ਦੋ ਘਟਨਾਵਾਂ ਦੀ ਅਸੀਂ ਹੋਰ ਗੱਲ ਕਰਾਂਗੇ ਕਿ 1907 ਦੇ ਵਿੱਚ, 1906 ਤੋਂ ਬਾਅਦ 1907 ਦੇ ਵਿੱਚ ਕਾਂਗਰਸ ਦੋ ਭਾਗਾਂ ਦੇ ਵਿੱਚ ਵੰਡੀ ਗਈ ਸੀ। ਅਸੀਂ ਪਹਿਲਾਂ ਗੱਲ ਕੀਤੀ ਸੀ ਕਿ ਨਰਮ ਦਲ ਤੇ ਗਰਮ ਦਲ ਦੇ ਧੜੇ ਬਣ ਗਏ ਸੀ। ਤਾਂ 1907 ਦੇ ਵਿੱਚ ਇੱਕ ਮੀਟਿੰਗ ਦੀ ਪ੍ਰਧਾਨਗੀ ਨੂੰ ਲੈ ਕੇ ਇਹਨਾਂ ਦੋਨਾਂ ਧੜਿਆਂ ਵਿਚਕਾਰ ਇੰਨੀ ਤਲਖੀ ਵੱਧ ਗਈ ਕਿ ਜਿਹੜੇ ਕਾਂਗਰਸ ਸੀ ਉਹ ਅਲੱਗ-ਅਲੱਗ ਹੋ ਗਈ ਸੀ। ਇੱਕ ਗਰਮ ਦਲ ਹੋ ਗਿਆ ਸੀ, ਇੱਕ ਨਰਮ ਦਲ ਅਲੱਗ ਹੋ ਗਿਆ ਸੀ। ਤੇ ਬਾਅਦ ਦੇ ਵਿੱਚ 1915 ਦੇ ਵਿੱਚ ਇਹ ਦੁਬਾਰਾ ਇਕੱਠੇ ਹੋ ਗਏ ਸੀ। ਉਸ ਤੋਂ ਬਾਅਦ ਇਹਨਾਂ 'ਚ ਸਮਝੌਤਾ ਹੋ ਗਿਆ ਸੀ 1915 ਦੇ ਵਿੱਚ। ਤਾਂ ਸਮਰਥਨ ਜਿਹੜਾ ਬੰਗਾਲ ਵੰਡ ਨੂੰ 1906 ਦੇ ਵਿੱਚ ਇਹਨਾਂ ਨੇ ਦਿੱਤਾ ਸੀ ਮੁਸਲਿਮ ਲੀਗ ਨੇ, ਤੇ 1909 ਦੇ ਵਿੱਚ ਇਹਨਾਂ ਦੀ ਅਲੱਗ ਨਿਰਵਾਚਕਾਂ ਦੀ ਮੰਗ ਮੰਨੀ ਗਈ ਸੀ। ਇਹਨਾਂ ਸਾਰੀਆਂ ਚੀਜ਼ਾਂ ਨੂੰ ਲੈ ਕੇ ਕਾਂਗਰਸ ਅਤੇ ਮੁਸਲਿਮ ਲੀਗ ਦੇ ਵਿੱਚ ਇੱਕ ਸਮਝੌਤਾ ਹੋਇਆ ਲਖਨਊ ਦੇ ਵਿੱਚ, ਜਿਸ ਨੂੰ ਕਿ ਲਖਨਊ ਸਮਝੌਤਾ ਕਿਹਾ ਜਾਂਦਾ ਹੈਗਾ। ਤੇ 1916 ਦੇ ਵਿੱਚ ਇਹ ਹੋਇਆ ਸੀ, 1916 ਦੇ ਵਿੱਚ। ਤੇ ਇਹਨਾਂ ਚੀਜ਼ਾਂ 'ਤੇ ਸਹਿਮਤੀ ਜਤਾਈ ਗਈ ਕਿ ਦੋਨੇ ਜਿਹੜੀਆਂ ਸੰਗਠਨ ਨੇਗੇ, ਕਾਂਗਰਸ ਤੇ ਮੁਸਲਿਮ ਲੀਗ, ਉਹ ਇੱਕ ਦੂਸਰੇ ਨਾਲ ਮਿਲ ਕੇ ਚੱਲਣਗੇ। ਤੇ ਇਸ ਤਰ੍ਹਾਂ ਜਿਹੜੀਆਂ ਡਿਮਾਂਡਸ ਨੇ ਮੁਸਲਿਮ ਲੀਗ ਰੱਖ ਰਹੀ ਹੈ, ਉਹਨਾਂ ਨੂੰ ਉਹ ਡਿਮਾਂਡਸ ਨੂੰ ਵਾਪਸ ਲੈ ਲਵੇਗੀ। ਤੇ ਇਹ ਜਿਹੜਾ ਸਮਝੌਤਾ ਸੀ ਦੋਨਾਂ ਸੰਗਠਨਾਂ ਦੇ ਵਿਚਕਾਰ ਹੋ ਗਿਆ ਸੀਗਾ। ਤੇ ਅੱਗੇ ਦੇ ਸਮੇਂ ਦੇ ਵਿੱਚ ਇਹਨਾਂ ਨੇ ਅੰਗਰੇਜ਼ਾਂ ਦੇ ਵਿਰੁੱਧ ਇਕੱਠੇ ਲੜਨ ਦਾ ਫੈਸਲਾ ਕਰ ਲਿਆ ਸੀ। ਤਾਂ ਇਸ ਪਾਰਟ ਦੇ ਵਿੱਚ ਅਸੀਂ ਕੁਝ ਇਹ ਪੁਆਇੰਟ ਕਵਰ ਕੀਤੇ ਸੀ। ਸਭ ਤੋਂ ਪਹਿਲਾਂ ਕਿ ਅੰਗਰੇਜ਼ਾਂ ਦੇ ਵਿਰੁੱਧ ਭਾਰਤ ਦੇ ਲੋਕਾਂ ਦੇ ਵਿੱਚ ਰੋਸ ਕਿਉਂ ਸੀਗਾ, ਉਹਦੇ ਵਿੱਚ ਅਸੀਂ ਅਲੱਗ-ਅਲੱਗ ਕਾਨੂੰਨਾਂ ਦੀ ਗੱਲ ਕੀਤੀ ਹੈਗੀ ਕਿ ਉਹ ਇਸ ਤਰ੍ਹਾਂ ਦੇ ਕੁਝ ਕਾਨੂੰਨ ਬਣਾ ਰਹੇ ਸੀ, ਸਟੈਪ ਲੈ ਰਹੇ ਸੀ। ਫਿਰ ਉਸ ਤੋਂ ਬਾਅਦ ਭਾਰਤੀ ਰਾਸ਼ਟਰੀ ਕਾਂਗਰਸ ਦੇ ਗਠਨ ਦੀ ਗੱਲ ਕੀਤੀ, ਉਹਨਾਂ ਦੇ ਮੁੱਖ ਉਦੇਸ਼ ਕੀ ਸੀਗੇ। ਫਿਰ ਬੰਗਾਲ ਵੰਡ ਕਿਉਂ ਕੀਤੀ ਗਈ, ਇਸ ਦਾ ਕੀ ਸਿੱਟਾ ਨਿਕਲਿਆ। ਮੁਸਲਿਮ ਲੀਗ ਦੀ ਸਥਾਪਨਾ ਬਾਰੇ ਗੱਲ ਕੀਤੀ, ਇਸ ਦੀਆਂ ਕੀ ਡਿਮਾਂਡਸ ਸੀਗੀਆਂ। ਤੇ ਕਾਂਗਰਸ ਦੇ ਵਿੱਚ ਹੋਈ ਜਿਹੜੀ ਵੰਡ ਸੀ ਤੇ ਬਾਅਦ ਦੇ ਵਿੱਚ ਉਹਨਾਂ ਦਾ ਜਿਹੜਾ ਸਮਝੌਤਾ ਹੋਇਆ ਸੀ, ਉਹਦੀ ਵੀ ਅਸੀਂ ਗੱਲ ਕਰ ਚੁੱਕੇ ਹਾਂ। ਤਾਂ ਹੁਣ ਅਸੀਂ ਚੱਲਦੇ ਹਾਂ ਜੀ ਸਾਡੇ ਨੈਕਸਟ ਪਾਰਟ ਵੱਲ।
हाँ जी, इस तो बाद असी गल करते हैं महात्मा गांधी के आगमन की। सानू पता है कि 1916 ਦੇ ਵਿੱਚ महात्मा गांधी ਭਾਰਤ ਦੇ ਵਿੱਚ ਵਾਪਸ ਆ ਗਏ ਸੀਗੇ। ਇਸ ਤੋਂ ਪਹਿਲਾਂ ਉਹ ਦੱਖਣੀ ਅਫਰੀਕਾ ਵਿਖੇ ਕੰਮ ਕਰ ਰਹੇ ਸੀ। ਤਾਂ 9 ਜਨਵਰੀ 1916 ਨੂੰ ਉਹਨਾਂ ਦਾ ਭਾਰਤ ਦੇ ਵਿੱਚ ਆਗਮਨ ਹੋਇਆ ਸੀਗਾ। ਇਸ ਤੋਂ ਪਹਿਲਾਂ 1895 ਦੇ ਵਿੱਚ महात्मा गांधी ਨਸਲੀ ਭੇਦਭਾਵ ਦੇ ਵਿਰੁੱਧ ਇੱਕ ਅੰਦੋਲਨ ਛੇੜ ਚੁੱਕੇ ਸੀ ਅਫਰੀਕਾ ਦੇ ਵਿੱਚ। ਦੱਖਣੀ ਅਫਰੀਕਾ ਦੇ ਵਿੱਚ ਉਹਨਾਂ ਨੇ ਨਸਲੀ ਭੇਦਭਾਵ ਜਿਹੜੇ ਉੱਥੋਂ ਦੇ ਵਸਿੰਦੇ ਸੀ ਉਹਨਾਂ ਨਾਲ ਹੋ ਰਿਹਾ ਸੀ, ਉਸ ਦਾ ਵਿਰੋਧ ਕਰਨ ਦੇ ਲਈ ਉਹਨਾਂ ਨੇ ਨਟਾਲ ਕਾਂਗਰਸ ਦਾ ਜਿਹੜਾ ਗਠਨ ਸੀ ਉਹ ਕੀਤਾ ਸੀਗਾ। ਅਤੇ ਉਸ ਤੋਂ ਬਾਅਦ ਉਹ ਭਾਰਤ ਦੇ ਵਿੱਚ ਆ ਗਏ। ਉੱਥੇ ਉਹਨਾਂ ਨਾਲ ਕਾਫੀ ਜਿਹੜੀਆਂ ਘਟਨਾਵਾਂ ਸੀ ਉਹ ਹੋਈਆਂ ਸੀਗੀਆਂ। ਤਾਂ ਬਹੁਤ ਸਾਰਾ ਜਿਹੜਾ ਐਕਸਪੀਰੀਅੰਸ ਸੀਗਾ ਸੱਤਿਆਗ੍ਰਹਿ ਦਾ, ਅਹਿੰਸਾ ਦਾ ਇਹਨਾਂ ਕੋਲ। ਤਾਂ ਭਾਰਤ ਦੇ ਵਿੱਚ ਆਉਣ ਤੋਂ ਬਾਅਦ ਭਾਰਤ ਦਾ ਜਿਹੜਾ ਜਨ ਅੰਦੋਲਨ ਸੀ, ਰਾਸ਼ਟਰੀ ਅੰਦੋਲਨ, ਉਸ ਦੇ ਵਿੱਚ ਮਹਾਤਮਾ ਗਾਂਧੀ ਸ਼ਾਮਿਲ ਹੋ ਗਏ। ਅਲੱਗ-ਅਲੱਗ ਅੰਦੋਲਨਾਂ ਦੇ ਵਿੱਚ, ਮਜ਼ਦੂਰਾਂ ਦੇ ਅੰਦੋਲਨਾਂ ਦੇ ਵਿੱਚ, ਵਰਕਰਾਂ ਦੇ ਅੰਦੋਲਨਾਂ ਦੇ ਵਿੱਚ ਇਹਨਾਂ ਨੇ ਪਾਰਟਿਸਿਪੇਟ ਕੀਤਾ। ਅਤੇ 6 ਅਪ੍ਰੈਲ 1919 ਨੂੰ ਮਹਾਤਮਾ ਗਾਂਧੀ ਨੇ ਰੌਲਟ ਐਕਟ ਦੇ ਵਿਰੁੱਧ ਇੱਕ ਅੰਦੋਲਨ ਛੇੜਿਆ। ਅੰਦੋਲਨ ਮੀਨਸ ਇੱਕ ਉਹਨਾਂ ਨੇ ਦਿਨ ਮਨਾਉਣ ਦੀ ਅਨਾਊਂਸਮੈਂਟ ਕੀਤੀ ਸੀ ਦੇਸ਼ ਦੇ ਵਿੱਚ, ਜਿਹੜਾ ਕਿ ਪੂਰੀ ਤਰ੍ਹਾਂ ਨਾਲ ਅਹਿੰਸਕ ਸੀਗਾ, ਬਿਨਾਂ ਹਿੰਸਾ ਤੋਂ ਸੀ। ਅਤੇ ਇਸ ਦਿਵਸ ਦਾ ਨਾਮ ਰੱਖਿਆ ਗਿਆ ਅਪਮਾਨ ਅਤੇ ਯਾਤਨਾ ਦਿਵਸ। ਇਹ ਮਨਾਉਣ ਦੇ ਲਈ ਕਿਹਾ ਗਿਆ ਪੂਰੇ ਭਾਰਤ ਵਾਸੀਆਂ ਨੂੰ। ਅਤੇ ਭਾਰਤ ਦੇ ਵਿੱਚ ਇਹ ਅਲੱਗ-ਅਲੱਗ ਥਾਵਾਂ ਦੇ ਵਿੱਚ ਮਨਾਇਆ ਗਿਆ। ਰੌਲਟ ਐਕਟ ਜਿਹੜਾ ਕਿ ਅੰਗਰੇਜ਼ਾਂ ਦੁਆਰਾ ਪਾਸ ਕੀਤਾ ਗਿਆ ਸੀਗਾ, ਉਸ ਦੇ ਵਿਰੁੱਧ ਇਹ ਜਿਹੜਾ ਅੰਦੋਲਨ ਸੀ ਉਹ ਚਲਾਇਆ ਗਿਆ ਸੀ। ਰੌਲਟ ਐਕਟ ਕੀ ਸੀ? ਰੌਲਟ ਐਕਟ ਇੱਕ ਇਸ ਤਰ੍ਹਾਂ ਦਾ ਕਾਨੂੰਨ ਸੀ ਜਿਸ ਦੇ ਤਹਿਤ ਸਰਕਾਰ ਹੈ ਜਿਹੜੀ ਉਹ ਕਿਸੇ ਵੀ ਵਿਅਕਤੀ ਨੂੰ ਗ੍ਰਿਫਤਾਰ ਕਰ ਸਕਦੀ ਸੀ। ਉਸਨੂੰ ਨੋ ਵਕੀਲ, ਨੋ ਅਪੀਲ, ਨੋ ਦਲੀਲ, ਇਸ ਦਾ ਇੱਕ ਲੋਗੋ ਜਿਹੜਾ ਨਾਰਾ ਇਹੋ ਦਿੱਤਾ ਗਿਆ ਸੀਗਾ ਕਿ ਇਸ ਤਰ੍ਹਾਂ ਦਾ ਇਹ ਕਾਲਾ ਕਾਨੂੰਨ ਹੈ। ਅਤੇ ਇਸੇ ਘਟਨਾ ਤੋਂ ਬਾਅਦ ਇਸੇ ਘਟਨਾ ਤੋਂ ਬਾਅਦ ਜਿਹੜੀ ਅੰਮ੍ਰਿਤਸਰ ਦੀ ਜਲਿਆਂਵਾਲਾ ਬਾਗ ਦੀ ਜਿਹੜੀ ਘਟਨਾ ਘਟੀ ਸੀਗੀ, ਕਿਉਂਕਿ ਇਸੇ ਅਪਮਾਨ ਅਤੇ ਯਾਤਨਾ ਦਿਵਸ ਦੇ ਤਹਿਤ ਉੱਥੇ ਜਲੂਸ ਕੱਢੇ ਜਾ ਰਹੇ ਸੀ। ਉਸ ਤੋਂ ਬਾਅਦ ਫਸਟ ਵਰਲਡ ਵਾਰ ਸ਼ੁਰੂ ਹੁੰਦੀ ਹੈ, ਸਾਨੂੰ ਸਾਰਿਆਂ ਨੂੰ ਪਤਾ ਹੈ। ਅਤੇ ਫਸਟ ਵਰਲਡ ਵਾਰ ਤੋਂ ਬਾਅਦ 1920 ਦੇ ਵਿੱਚ ਅੰਗਰੇਜ਼ ਨੇ ਜਿਹੜੇ ਉਹ ਟਰਕੀ ਦੇ ਸੁਲਤਾਨ ਹੈ ਜਿਹੜਾ ਉਸ ਦੇ ਨਾਲ ਇੱਕ ਸੰਧੀ ਕਰਦੇ ਨੇ। ਸੰਧੀ ਜਿਹੜੀ ਕਿ ਬਹੁਤ ਸਖਤ ਸੀ, ਜਿਹਦੇ ਵਿੱਚ ਟਰਕੀ ਦੇ ਸੁਲਤਾਨ ਦਾ ਅਪਮਾਨ ਕੀਤਾ ਗਿਆ ਸੀ, ਆਟੋਮਨ ਟਰਕੀ ਦੇ ਸੁਲਤਾਨ ਦਾ, ਜਿਸ ਨੂੰ ਕਿ ਪੂਰੇ ਦੁਨੀਆ ਦੇ ਜਿਹੜੇ ਮੁਸਲਮਾਨ ਨੇ ਉਹ ਆਪਣਾ ਖਲੀਫਾ ਮੰਨਦੇ ਨੇਗੇ। ਖਲੀਫਾ ਮੀਨਸ ਆਪਣਾ ਆਗੂ ਮੰਨਦੇ ਸੀ, ਠੀਕ ਹੈ। ਅਤੇ ਸਖਤ ਸੰਧੀ ਜਿਹੜੀ ਉਹਦੇ ਨਾਲ ਕੀਤੀ ਗਈ, ਉਸ ਤੋਂ ਬਾਅਦ ਉਸਨੂੰ ਗੱਦੀ ਤੋਂ ਉਤਾਰ ਦਿੱਤਾ ਗਿਆ ਉੱਥੋਂ ਦੇ ਸੁਲਤਾਨ ਨੂੰ ਅੰਗਰੇਜ਼ਾਂ ਦੁਆਰਾ। ਅਤੇ ਇਸ ਚੀਜ਼ ਦਾ ਰੋਸ ਹੈ ਜਿਹੜਾ ਪੂਰੇ ਵਿਸ਼ਵ 'ਚ ਫੈਲ ਗਿਆ ਸੀ। ਅਤੇ ਭਾਰਤ ਦੇ ਵਿੱਚ ਵੀ ਇਸ ਚੀਜ਼ ਦੇ ਵਿਰੁੱਧ ਮੁਹੰਮਦ ਅਲੀ ਅਤੇ ਸ਼ੌਕਤ ਅਲੀ, ਦੋ ਭਰਾਵਾਂ ਨੇ ਅੰਗਰੇਜ਼ਾਂ ਦੇ ਵਿਰੁੱਧ ਇੱਕ ਅੰਦੋਲਨ ਸ਼ੁਰੂ ਕਰ ਦਿੱਤਾ ਸੀ, ਜਿਸ ਦਾ ਨਾਮ ਸੀ ਖਿਲਾਫਤ ਅੰਦੋਲਨ। ਤਾਂ ਹੁਣ ਜਿਹੜਾ ਇਹ ਅੰਦੋਲਨ ਮੁਸਲਮਾਨਾਂ ਨੇ ਅੰਗਰੇਜ਼ਾਂ ਦੇ ਵਿਰੁੱਧ ਸ਼ੁਰੂ ਕੀਤਾ ਸੀ, ਤਾਂ ਇਸ ਚੀਜ਼ ਨੂੰ ਮਹਾਤਮਾ ਗਾਂਧੀ ਨੇ ਇੱਕ ਓਪਰਚੁਨਿਟੀ ਵਜੋਂ ਦੇਖਿਆ, ਮੌਕੇ ਵਜੋਂ ਦੇਖਿਆ ਕਿ ਇਸ ਦਾ ਹੁਣ ਮੌਕਾ ਹੈਗਾ ਹਿੰਦੂ ਮੁਸਲਿਮ ਏਕਤਾ ਨੂੰ ਕਾਇਮ ਕਰਨ ਦਾ। ਤਾਂ ਉਹਨਾਂ ਨੇ ਮੁਸਲਿਮ ਜਿਹੜਾ ਖਿਲਾਫਤ ਅੰਦੋਲਨ ਸੀ ਇਸ ਦੀ ਸਪੋਰਟ ਕੀਤੀ, ਅਤੇ ਇਸ ਦੇ ਨਾਲ ਹੀ ਆਪਣਾ ਇੱਕ ਅੰਦੋਲਨ 1921 ਦੇ ਵਿੱਚ ਸ਼ੁਰੂ ਕੀਤਾ, ਜਿਸ ਨੂੰ ਕਿ ਅਸਹਿਯੋਗ ਅੰਦੋਲਨ ਦਾ ਨਾਮ ਦਿੱਤਾ ਗਿਆ। ਇਹ ਅੰਦੋਲਨ ਜਿਹੜਾ ਪੂਰੇ ਦੇਸ਼ ਦੇ ਵਿੱਚ ਫੈਲ ਚੁੱਕਿਆ ਸੀਗਾ, ਸਹਿਯੋਗ ਅੰਦੋਲਨ। ਪਰ ਇਸ ਦੇ ਵਿੱਚ ਇੱਕ ਇਹ ਅੜਚਣ ਸੀ ਕਿ ਲੋਕ ਆਪਣੇ ਆਪਣੇ ਉਦੇਸ਼ਾਂ ਦੀ ਪੂਰਤੀ ਦੇ ਲਈ ਇਸ ਅੰਦੋਲਨ ਦੇ ਵਿੱਚ ਪਾਰਟਿਸਿਪੇਟ ਕਰ ਰਹੇ ਸੀ। ਇੱਕ ਉਦੇਸ਼ ਨਹੀਂ ਸੀ ਸਾਰੇ ਲੋਕਾਂ ਦਾ। ਜਿਵੇਂ ਕਿ ਖੇੜਾ ਜਿਹੜਾ ਗੁਜਰਾਤ ਦੇ ਵਿੱਚ ਇੱਕ ਜਗ੍ਹਾ ਦਾ ਨਾਮ ਹੈ, ਉੱਥੋਂ ਦੇ ਜਿਹੜੇ ਪਾਟੀਦਾਰ ਕਿਸਾਨ ਸੀ ਉਹ ਟੈਕਸ ਦੇ ਵਿਰੁੱਧ, ਲਗਾਨ ਦੇ ਵਿਰੁੱਧ, ਉਹਨਾਂ ਨੇ ਇਹ ਅੰਦੋਲਨ ਦੇ ਵਿੱਚ ਭਾਗ ਲਿਆ। ਤੱਟੀ ਜਿਹੜੇ ਆਂਧਰਾ ਪ੍ਰਦੇਸ਼ ਦੇ ਕੋਸਟਲ ਏਰੀਆਜ਼ ਨੇ ਜਾਂ ਤਾਮਿਲਨਾਡੂ ਦੇ ਲੋਕ ਨੇ, ਉਹਨਾਂ ਦੇ ਸ਼ਰਾਬ ਦੇ ਵਿਰੁੱਧ ਇਸ ਅੰਦੋਲਨ ਦੇ ਵਿੱਚ ਪਾਰਟਿਸਿਪੇਟ ਕੀਤਾ। ਅਤੇ ਆਂਧਰਾ ਪ੍ਰਦੇਸ਼ ਦੇ ਜਿਹੜੇ ਗੰਟੂਰ ਜ਼ਿਲ੍ਹੇ ਦੇ ਆਦੀਵਾਸੀ ਸੀਗੇ, ਉਹਨਾਂ ਨੇ ਵਣ ਸੱਤਿਆਗ੍ਰਹਿ ਮੀਨਸ ਬਾਹਰੀ ਲੋਕਾਂ ਦੇ ਵਿਰੁੱਧ ਜਿਹੜੇ ਜੰਗਲਾਂ ਦੇ ਵਿੱਚ ਜਾ ਕੇ ਇੰਟਰਫੇਅਰ ਕਰਦੇ ਨੇ ਉਹਨਾਂ ਦੀ ਲਾਈਫ ਦੇ ਵਿੱਚ, ਉਹਨਾਂ ਦੇ ਵਿਰੁੱਧ ਇੱਕ ਸੱਤਿਆਗ੍ਰਹਿ ਸ਼ੁਰੂ ਕੀਤਾ ਜਾਂ ਇਸ ਅੰਦੋਲਨ ਦੇ ਵਿੱਚ ਪਾਰਟਿਸਿਪੇਟ ਕਰਿਆ। ਤਾਂ ਇਹ ਜਿਹੜਾ ਅੰਦੋਲਨ ਸੀ ਉਹ ਅਲੱਗ-ਅਲੱਗ ਥਾਵਾਂ 'ਤੇ ਅਲੱਗ-ਅਲੱਗ ਉਦੇਸ਼ਾਂ ਦੇ ਲਈ ਚਲਾਇਆ ਜਾ ਰਿਹਾ ਸੀ। ਉਸ ਤੋਂ ਬਾਅਦ ਅਸੀਂ ਗੱਲ ਕਰਦੇ ਹਾਂ ਜੀ 1921 ਤੋਂ ਬਾਅਦ 1922 ਤੋਂ ਲੈ ਕੇ 1929 ਤੱਕ ਕੁਝ ਘਟਨਾਵਾਂ ਵਾਪਰੀਆਂ ਸਾਡੇ ਦੇਸ਼ ਦੇ ਵਿੱਚ। ਇਹਨਾਂ ਘਟਨਾਵਾਂ ਦੇ ਵਿੱਚ
ਸਭ ਤੋਂ ਪਹਿਲੀ ਅਸੀਂ ਗੱਲ ਕਰਦੇ ਹਾਂ ਚੌਰਾ ਚੌਰੀ ਦੀ ਘਟਨਾ ਦੀ। ਇਹ 1922 ਦੇ ਵਿੱਚ ਹੋਈ। ਚੌਰਾ ਚੌਰੀ ਦੀ ਘਟਨਾ ਦੇ ਵਿੱਚ ਕੀ ਹੋਇਆ ਕਿ ਇੱਕ ਜਿਹੜਾ ਪੁਲਿਸ ਸਟੇਸ਼ਨ ਸੀ ਉਸ ਦੇ ਵਿੱਚ ਲੋਕਾਂ ਨੇ ਭੜਕੇ, ਕਿਉਂਕਿ ਲੋਕ ਸ਼ਾਂਤਮਈ ਤਰੀਕੇ ਨਾਲ ਅੰਦੋਲਨ ਕਰ ਰਹੇ ਸੀ, ਤਾਂ ਪੁਲਿਸ ਵਾਲਿਆਂ ਨੇ ਉਹਨਾਂ 'ਤੇ ਲਾਠੀਚਾਰਜ ਕਰ ਦਿੱਤਾ, ਜਿਸ ਦੇ ਜਵਾਬ ਦੇ ਵਿੱਚ ਲੋਕਾਂ ਨੇ ਪੁਲਿਸ ਸਟੇਸ਼ਨ ਦੇ ਉੱਪਰ ਹਮਲਾ ਕਰ ਦਿੱਤਾ ਅਤੇ ਉਸ ਪੁਲਿਸ ਸਟੇਸ਼ਨ ਨੂੰ ਅੱਗ ਲਗਾ ਦਿੱਤੀ, ਜਿਸ ਦੇ ਵਿੱਚ 22 ਜਿਹੜੇ ਪੁਲਿਸ ਮੁਲਾਜ਼ਮ ਸੀਗੇ ਉਹਨਾਂ ਦੀ ਜਲਣ ਕਰਕੇ ਡੈਥ ਹੋ ਗਈ ਸੀ। ਤਾਂ ਇਸ ਘਟਨਾ ਤੋਂ ਬਾਅਦ ਮਹਾਤਮਾ ਗਾਂਧੀ ਨੇ ਜਿਹੜਾ ਇਹ ਸਹਿਯੋਗ ਅੰਦੋਲਨ ਚਲਾਇਆ ਸੀ, ਕਿਉਂਕਿ ਇਸ ਦੇ ਵਿੱਚ ਹਿੰਸਾ ਆ ਚੁੱਕੀ ਸੀ, ਤਾਂ ਇਸ ਨੂੰ ਵਾਪਸ ਲੈ ਲਿਆ ਸੀ। 1928 ਦੇ ਵਿੱਚ ਭਾਰਤ ਦੇ ਵਿੱਚ ਇੱਕ ਕਮਿਸ਼ਨ ਭੇਜਿਆ ਗਿਆ ਅੰਗਰੇਜ਼ਾਂ ਦੁਆਰਾ, ਸਾਈਮਨ ਕਮਿਸ਼ਨ ਜਿਸ ਨੂੰ ਕਿਹਾ ਜਾਂਦਾ ਹੈਗਾ। ਇਸ ਕਮਿਸ਼ਨ ਦਾ ਭਾਰਤ ਦੇ ਲੋਕਾਂ ਨੇ ਵਿਰੋਧ ਇਸ ਲਈ ਕੀਤਾ ਕਿਉਂਕਿ ਇਸ ਦੇ ਵਿੱਚ ਕੋਈ ਵੀ ਭਾਰਤੀ ਜਿਹੜਾ ਨਾਗਰਿਕ ਹੈ ਉਹ ਸ਼ਾਮਿਲ ਨਹੀਂ ਸੀ, ਅਤੇ ਇਹ ਜਿਹੜੇ ਸੁਧਾਰ ਕੀਤੇ ਗਏ ਸੀ ਭਾਰਤ ਦੇ ਵਿੱਚ ਅੰਗਰੇਜ਼ਾਂ ਦੁਆਰਾ ਉਹਨਾਂ ਦੀ ਜਾਂਚ ਦੇ ਲਈ ਆਇਆ ਸੀਗਾ। ਰੋਲਟ ਐਕਟ ਵੀ ਇਹਦੇ ਵਿੱਚ ਹੀ ਆਉਂਦਾ। ਤਾਂ ਇਸ ਚੀਜ਼ ਦਾ ਵਿਰੋਧ ਭਾਰਤ ਦੇ ਲੋਕਾਂ ਨੇ ਕੀਤਾ, ਅਤੇ ਜਿਸ ਦੇ ਵਿੱਚ ਸਾਡੇ ਜਿਹੜੇ ਮੇਨ ਲੀਡਰ ਸੀਗੇ ਲਾਲਾ ਲਾਜਪਤ ਰਾਏ ਜੀ ਉਹ ਸ਼ਾਮਿਲ ਸੀ, ਅਤੇ ਅੰਗਰੇਜ਼ਾਂ ਦੁਆਰਾ ਲਾਠੀਚਾਰਜ ਕੀਤਾ ਗਿਆ ਉਹਨਾਂ ਦੇ ਉੱਪਰ, ਜਿਸ ਦੇ ਕਾਰਨ ਲਾਲਾ ਲਾਜਪਤ ਰਾਏ ਜੀ ਕੀ ਹੋ ਗਏ ਸੀ, ਜ਼ਖਮੀ ਹੋ ਗਏ ਸੀ, ਅਤੇ ਬਾਅਦ ਦੇ ਵਿੱਚ ਕੁਝ ਦਿਨਾਂ ਬਾਅਦ ਉਹਨਾਂ ਦੀ ਡੈਥ ਹੋ ਗਈ ਸੀ। ਅਤੇ 1928 ਤੋਂ ਬਾਅਦ 1929 ਦੇ ਵਿੱਚ ਜਵਾਹਰ ਲਾਲ ਨਹਿਰੂ ਦੀ ਪ੍ਰਧਾਨਗੀ ਦੇ ਵਿੱਚ ਭਾਰਤੀ ਰਾਸ਼ਟਰੀ ਕਾਂਗਰਸ ਨੇ ਲਾਹੌਰ ਵਿਖੇ ਰਾਵੀ ਨਦੀ ਦੇ ਕਿਨਾਰੇ ਇੱਕ ਪ੍ਰਸਤਾਵ ਪੇਸ਼ ਕੀਤਾ, ਜਿਸ ਨੂੰ ਪੂਰਨ ਸਵਰਾਜ ਦਾ ਪ੍ਰਸਤਾਵ ਕਿਹਾ ਜਾਂਦਾ ਹੈਗਾ। ਅਤੇ ਇਸ ਦੇ ਵਿੱਚ ਇਹ ਕਿਹਾ ਗਿਆ ਕਿ ਆਉਣ ਵਾਲੇ ਸਾਲ ਤੋਂ 1930 ਤੋਂ ਅਸੀਂ ਹਰ ਸਾਲ 26 ਜਨਵਰੀ ਨੂੰ ਆਪਣਾ ਸੁਤੰਤਰਤਾ ਦਿਵਸ ਮਨਾਉਣਾ ਸ਼ੁਰੂ ਕਰਾਂਗੇ, ਅਤੇ 26 ਜਨਵਰੀ 1930 ਨੂੰ ਭਾਰਤ ਦਾ ਪਹਿਲਾ ਸੁਤੰਤਰਤਾ ਦਿਵਸ ਮਨਾਇਆ ਗਿਆ, ਕਿਉਂਕਿ ਇਸ ਦੇ ਵਿੱਚ ਪੂਰਨ ਸਵਰਾਜ ਦੀ ਗੱਲ ਕੀਤੀ ਗਈ ਸੀ ਕਿ ਸਾਨੂੰ ਪੂਰੀ ਤਰ੍ਹਾਂ ਨਾਲ ਆਜ਼ਾਦੀ ਚਾਹੀਦੀ ਹੈ, ਸਾਨੂੰ ਕੋਈ ਛੋਟੀ ਮੋਟੀ ਆਜ਼ਾਦੀ ਜਾਂ ਅੰਸ਼ਕ ਤੌਰ 'ਤੇ ਆਜ਼ਾਦ ਅਸੀਂ ਨਹੀਂ ਹੋਣਾ ਚਾਹੁੰਦੇ, ਸਾਨੂੰ ਅੰਗਰੇਜ਼ ਪੂਰੀ ਤਰ੍ਹਾਂ ਨਾਲ ਆਜ਼ਾਦ ਕਰਨ। ਅਤੇ ਇਸੇ ਕਾਰਨ ਹੀ 26 ਜਨਵਰੀ ਨੂੰ ਸਾਡਾ ਸੰਵਿਧਾਨ ਹੈ ਜਿਹੜਾ 1950 ਨੂੰ ਲਾਗੂ ਕੀਤਾ ਗਿਆ, ਇਸ ਦਿਨ ਦੀ ਯਾਦ ਨੂੰ ਤਾਜ਼ਾ ਰੱਖਣ ਦੇ ਲਈ, ਜਦੋਂ ਕਿ ਸਾਡਾ ਸੰਵਿਧਾਨ ਹੈ ਜਿਹੜਾ 26 ਨਵੰਬਰ 1949 ਨੂੰ ਬਣ ਕੇ ਤਿਆਰ ਹੋ ਗਿਆ ਸੀ। ਉਸ ਤੋਂ ਬਾਅਦ 8 ਅਪ੍ਰੈਲ 1929 ਭਗਤ ਸਿੰਘ ਅਤੇ BK ਦੱਤ ਜਿਹੜੇ ਦੋ ਸਾਡੇ ਕ੍ਰਾਂਤੀਕਾਰੀ ਸੀਗੇ, ਇਹਨਾਂ ਨੇ ਕੇਂਦਰੀ ਅਸੈਂਬਲੀ ਦੇ ਵਿੱਚ ਬਿਨਾਂ ਕਿਸੇ ਨੂੰ ਨੁਕਸਾਨ ਪਹੁੰਚਾਉਂਦੇ ਹੋਏ ਬੰਬ ਸੁੱਟਿਆ, ਜਿਸ ਤੋਂ ਬਾਅਦ ਇਹਨਾਂ ਦੀ ਗ੍ਰਿਫਤਾਰੀ ਹੁੰਦੀ ਹੈ ਜੀ, ਇਹਨਾਂ ਨੂੰ ਸਜ਼ਾ ਦਿੱਤੀ ਜਾਂਦੀ ਹੈ। ਇਸ ਤੋਂ ਪਹਿਲਾਂ ਇੱਕ ਘਟਨਾ ਹੋਰ ਹੋਈ ਸੀ ਕਿ 1928 ਦੇ ਵਿੱਚ ਕੀ ਸੀਗਾ, ਭਗਤ ਸਿੰਘ ਅਤੇ ਸਾਥੀਆਂ ਨੇ ਇੱਕ ਸੰਸਥਾ ਦਾ ਨਿਰਮਾਣ ਕੀਤਾ ਸੀ ਦਿੱਲੀ ਦੇ ਫਿਰੋਜ਼ ਸ਼ਾਹ ਕੋਟਾ ਵਿਖੇ। ਇਹ ਸੰਸਥਾ ਕਿਹੜੀ ਸੀ? ਹਿੰਦੁਸਤਾਨ ਸੋਸ਼ਲਿਸਟ ਰਿਪਬਲਿਕ ਐਸੋਸੀਏਸ਼ਨ। ਅਤੇ ਉਸੇ ਦੀ ਸਥਾਪਨਾ ਤੋਂ ਬਾਅਦ ਲਾਲਾ ਲਾਜਪਤ ਰਾਏ ਦੀ ਜਿਹੜੀ ਹੱਤਿਆ ਕੀਤੀ ਗਈ ਸੀ ਅੰਗਰੇਜ਼ਾਂ ਦੁਆਰਾ ਲਾਠੀਚਾਰਜ ਕਾਰਨ, ਉਸ ਦਾ ਬਦਲਾ ਲਿਆ ਗਿਆ। ਬਦਲਾ ਕਿਵੇਂ ਲਿਆ ਗਿਆ? ਸਾਂਡਰਸ ਨੂੰ ਮਾਰ ਕੇ ਸਾਂਡਰਸ ਦੀ ਹੱਤਿਆ ਕਰ ਦਿੱਤੀ ਗਈ, ਅਤੇ ਉਸ ਤੋਂ ਬਾਅਦ 1929 ਦੇ ਵਿੱਚ ਕੇਂਦਰੀ ਅਸੈਂਬਲੀ ਦੇ ਵਿੱਚ ਬੰਬ ਸੁੱਟਿਆ ਗਿਆ, ਜਿਸ ਤੋਂ ਬਾਅਦ ਇਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ। ਇਹਨਾਂ ਨੇ ਆਪਣੀ ਗ੍ਰਿਫਤਾਰੀ ਦਿੱਤੀ, ਅਤੇ ਬਾਅਦ ਦੇ ਵਿੱਚ ਇਹਨਾਂ ਨੂੰ ਸਾਂਡਰਸ ਦੀ ਹੱਤਿਆ ਦੇ ਮਾਮਲੇ ਦੇ ਵਿੱਚ ਸਜ਼ਾ ਮੌਤ ਦੀ ਸਜ਼ਾ ਸੁਣਾਈ ਗਈ, ਅਤੇ 23 ਮਾਰਚ 1931 ਨੂੰ ਇਹਨਾਂ ਦਾ ਸ਼ਹੀਦ ਕਰ ਦਿੱਤਾ ਗਿਆ ਆਪਣੇ ਦੋ ਸਾਥੀਆਂ ਰਾਜਗੁਰੂ ਅਤੇ ਸੁਖਦੇਵ ਦੇ ਨਾਲ। ਉਸ ਤੋਂ ਬਾਅਦ 1930 ਦੇ ਵਿੱਚ ਭਾਰਤ ਦੇ ਵਿੱਚ ਸਵੈਨੇ ਅਵਗਿਆ ਅੰਦੋਲਨ ਚਲਾਇਆ ਗਿਆ। ਸਵੈਨੇ ਆਗਿਆ ਅੰਦੋਲਨ ਡਾਂਡੀ ਮਾਰਚ ਤੋਂ ਬਾਅਦ ਚਲਾਇਆ ਗਿਆ ਸੀ। ਜਦੋਂ ਡਾਂਡੀ ਮਾਰਚ ਪੂਰਾ ਹੋਇਆ ਸੀਗਾ ਮਹਾਤਮਾ ਗਾਂਧੀ ਦੁਆਰਾ ਇਹ ਚਲਾਇਆ ਗਿਆ ਸੀਗਾ, ਅਤੇ ਡਾਂਡੀ ਮਾਰਚ ਦੀ ਵੀ ਅਸੀਂ ਗੱਲ ਕਰਦੇ ਹੈਗੇ। ਡਾਂਡੀ ਮਾਰਚ 1930 ਦੇ ਵਿੱਚ ਸ਼ੁਰੂ ਕੀਤਾ ਗਿਆ ਸੀ ਮਹਾਤਮਾ ਗਾਂਧੀ ਨੇ। ਡਾਂਡੀ ਮਾਰਚ ਤਾਂ ਕੀਤਾ ਗਿਆ ਸੀ ਕਿਉਂਕਿ ਉਸ ਸਮੇਂ ਅੰਗਰੇਜ਼ਾਂ ਨੇ ਨਮਕ ਬਣਾਉਣ ਦੇ ਉੱਪਰ ਪਾਬੰਦੀ ਲਗਾਈ ਹੋਈ ਸੀ। ਕੋਈ ਆਮ ਵਿਅਕਤੀ ਨਮਕ ਨਹੀਂ ਬਣਾ ਸਕਦਾ ਸੀ। ਤਾਂ ਜਿਹੜੇ ਮਹਾਤਮਾ ਗਾਂਧੀ ਸੀ ਉਹ ਕਿਸੇ ਕਾਨੂੰਨ ਨੂੰ ਤੋੜ ਕੇ ਅੰਗਰੇਜ਼ਾਂ ਦਾ ਵਿਰੋਧ ਕਰਨਾ ਚਾਹੁੰਦੇ ਸੀ, ਤਾਂ ਉਹਨਾਂ ਨੇ ਨਮਕ ਨੂੰ ਇੱਕ ਇਸ ਤਰ੍ਹਾਂ ਦੇ ਉਦੇਸ਼ ਵਜੋਂ ਲਿਆ ਕਿ ਇਹ ਸਾਰੇ ਲੋਕਾਂ ਦੁਆਰਾ ਇਸਤੇਮਾਲ ਕੀਤਾ ਜਾਂਦਾ ਹੈਗਾ, ਅਤੇ ਇਸ ਦਾ ਸੰਦੇਸ਼ ਹੈ ਜਿਹੜਾ ਉਹ ਸਾਰੇ ਲੋਕਾਂ ਦੇ ਵਿੱਚ ਜਾਵੇਗਾ। ਤਾਂ ਉਹਨਾਂ ਨੇ ਨਮਕ ਤੋੜਨ ਦੀ ਜਿਹੜੀ ਕੋਸ਼ਿਸ਼ ਸੀ ਉਹ ਕੀਤੀ ਸੀ, ਨਮਕ ਕਾਨੂੰਨ ਤੋੜਿਆ ਸੀਗਾ ਤਾਂ ਕਿ ਜਿਹੜੇ ਭਾਰਤ ਦੇ ਸਾਰੇ ਲੋਕ ਨੇ ਉਹ ਇੱਕ ਸਾਂਝੇ ਮੰਚ 'ਤੇ ਆ ਕੇ ਇਕੱਠੇ ਹੋ ਜਾਣ। ਤਾਂ ਉਹਨਾਂ ਨੇ ਯਾਤਰਾ ਕੀਤੀ ਸੀ ਸਾਬਰਮਤੀ ਆਸ਼ਰਮ ਤੋਂ ਲੈ ਕੇ ਡਾਂਡੀ ਤੱਕ 240 ਕਿਲੋਮੀਟਰ ਦਾ ਜਿਹੜਾ ਫਾਸਲਾ ਸੀ ਉਹ ਪੈਦਲ ਆਪਣੇ ਸਾਥੀਆਂ ਨਾਲ ਤੈਅ ਕੀਤਾ ਸੀ।
शुरुआती दौर ਦੇ ਵਿੱਚ ਮਹਾਤਮਾ ਗਾਂਧੀ ਇਸ ਅੰਦੋਲਨ ਦੇ ਵਿੱਚ ਮਹਿਲਾਵਾਂ ਨੂੰ ਸ਼ਾਮਲ ਕਰਨ ਦੇ ਪੱਖ ਦੇ ਵਿੱਚ ਨਹੀਂ ਸੀ, ਪਰ ਬਾਅਦ ਦੇ ਵਿੱਚ ਸਰੋਜਨੀ ਨਾਇਡੂ ਨੂੰ ਇਸ ਅੰਦੋਲਨ ਦੇ ਵਿੱਚ ਸ਼ਾਮਲ ਕਰ ਲਿਆ ਗਿਆ ਸੀ। ਤਾਂ ਉਹਨਾਂ ਨੇ ਵੀ ਮਹਾਤਮਾ ਗਾਂਧੀ ਜੀ ਦੇ ਨਾਲ ਡਾਂਡੀ ਜਿਹੜੀ ਮਾਰਚ ਆ ਉਹ ਕੀਤਾ ਸੀਗਾ ਤੇ ਡਾਂਡੀ ਵਿਖੇ ਜਾ ਕੇ ਉਹਨਾਂ ਨੇ ਨਮਕ ਬਣਾ ਕੇ ਨਮਕ ਕਾਨੂੰਨ ਤੋੜਿਆ ਸੀ। ਤਾਂ ਇਸ ਪਾਠ ਦੇ ਵਿੱਚ ਅਸੀਂ ਇਹ ਚੀਜ਼ਾਂ ਦੀ ਡਿਸਕਸ਼ਨ ਕੀਤੀ ਹੈ। ਮਹਾਤਮਾ ਗਾਂਧੀ ਤੋਂ ਸ਼ੁਰੂ ਹੁੰਦਾ ਹੈ ਸਾਡਾ ਪਾਠ। ਮਹਾਤਮਾ ਗਾਂਧੀ ਭਾਰਤ ਦੇ ਵਿੱਚ ਆਏ, ਇਸ ਤੋਂ ਪਹਿਲਾਂ ਦੱਖਣੀ ਅਫਰੀਕਾ ਦੇ ਵਿੱਚ ਰਹੇ, ਉੱਥੇ ਕੀ ਕੰਮ ਕੀਤੇ, ਭਾਰਤ ਦੇ ਵਿੱਚ ਆ ਕੇ ਉਹਨਾਂ ਨੇ ਕਿਹੜੇ ਅੰਦੋਲਨਾਂ ਦੇ ਵਿੱਚ ਭਾਗ ਲਿਆ, ਕਿਵੇਂ ਭਾਰਤ ਦੇ ਅੰਦੋਲਨ ਨੂੰ ਚਲਾਇਆ। 1922 ਤੋਂ ਲੈ ਕੇ 1929 ਤੱਕ ਦੀਆਂ ਕਿਹੜੀਆਂ ਮੇਨ ਘਟਨਾਵਾਂ ਸਾਡੇ ਦੇਸ਼ ਦੇ ਵਿੱਚ ਘਟੀਆਂ, ਤੇ ਉਸ ਤੋਂ ਬਾਅਦ ਡਾਂਡੀ ਮਾਰਚ ਦੀ ਗੱਲ ਅਸੀਂ ਕੀਤੀ ਹੈ। ਡਾਂਡੀ ਮਾਰਚ ਤੋਂ ਬਾਅਦ ਹੀ 1930 ਦੇ ਵਿੱਚ ਸਵਿਨੈ ਅਵਗਿਆ ਅੰਦੋਲਨ ਹੈ ਜਿਹੜਾ ਉਹ ਮਹਾਤਮਾ ਗਾਂਧੀ ਦੁਆਰਾ ਚਲਾਇਆ ਗਿਆ ਸੀ। ਤਾਂ ਹੁਣ ਅਸੀਂ ਨੈਕਸਟ ਪਾਰਟ ਦੇ ਵੱਲ ਵਧਦੇ ਹਾਂ। ਹਾਂਜੀ, ਉਸ ਤੋਂ ਬਾਅਦ ਅਸੀਂ ਗੱਲ ਕਰਦੇ ਹਾਂਗੇ 1935 ਦੇ ਵਿੱਚ ਅੰਗਰੇਜ਼ ਸਰਕਾਰ ਨੇ ਇੱਕ ਐਕਟ ਪਾਸ ਕੀਤਾ ਸੀ, ਭਾਰਤ 'ਤੇ ਇੱਕ ਐਕਟ ਲਾਗੂ ਕੀਤਾ ਸੀ ਜਿਸ ਨੂੰ ਗਵਰਨਮੈਂਟ ਆਫ ਇੰਡੀਆ ਐਕਟ ਕਿਹਾ ਜਾਂਦਾ ਹੈ। ਇਹ ਉਹੀ ਐਕਟ ਹੈਗਾ ਜਿਸ ਦੇ ਬਹੁਤ ਸਾਰੇ ਜਿਹੜੇ ਆਰਟੀਕਲ ਨੇ ਉਹ ਸਾਡੇ ਸੰਵਿਧਾਨ ਦੇ ਵਿੱਚ ਸ਼ਾਮਿਲ ਕੀਤੇ ਗਏ ਨੇਗੇ। ਇਸੇ ਐਕਟ ਦੇ ਤਹਿਤ ਭਾਰਤ ਦੇ ਵਿੱਚ ਭਾਰਤੀ ਰਿਜ਼ਰਵ ਬੈਂਕ ਦੀ ਸਥਾਪਨਾ ਕੀਤੀ ਗਈ ਸੀ ਤੇ ਇਸ ਐਕਟ ਦੇ ਵਿੱਚ ਭਾਰਤ ਦੇ ਲੋਕਾਂ ਨੂੰ ਪ੍ਰਾਂਤੀ ਸੁਤੰਤਰਤਾ ਦੇਣ ਦਾ ਐਲਾਨ ਕੀਤਾ ਗਿਆ ਸੀ ਤੇ ਰਾਜਾਂ ਨੂੰ ਮੀਨਸ ਆਜ਼ਾਦੀ ਦੇਣ ਦਾ ਐਲਾਨ ਕੀਤਾ ਗਿਆ ਸੀ ਤੇ ਇਹ ਘੋਸ਼ਣਾ ਕੀਤੀ ਗਈ ਸੀ ਕਿ 1937 ਦੇ ਵਿੱਚ ਰਾਜਾਂ ਦੀਆਂ ਵਿਧਾਨ ਸਭਾਵਾਂ ਦੀਆਂ ਜਿਹੜੀਆਂ ਚੋਣਾਂ ਨੇ ਉਹ ਕਰਵਾਈਆਂ ਜਾਣਗੀਆਂ। ਇਹਨਾਂ ਚੋਣਾਂ ਦੇ ਵਿੱਚ ਅਲੱਗ-ਅਲੱਗ ਪਾਰਟੀਆਂ ਨੇ, ਕਾਂਗਰਸ ਨੇ ਤੇ ਮੁਸਲਿਮ ਲੀਗ ਨੇ ਹਿੱਸਾ ਲਿਆ ਤੇ ਕਾਂਗਰਸ ਨੂੰ ਇਹਨਾਂ ਚੋਣਾਂ ਦੇ ਵਿੱਚ ਕਾਫੀ ਸਫਲਤਾ ਜਿਹੜੀ ਉਹ ਮਿਲੀ ਸੀ ਕਿਉਂਕਿ 11 ਰਾਜਾਂ ਦੇ ਵਿੱਚੋਂ 7 ਰਾਜਾਂ ਦੇ ਵਿੱਚ ਕਾਂਗਰਸ ਦੀ ਜਿਹੜੀ ਸਰਕਾਰ ਹੈ ਉਸ ਸਮੇਂ ਬਣ ਗਈ ਸੀਗੀ। ਤਾਂ ਉਸ ਤੋਂ ਬਾਅਦ ਸਤੰਬਰ 1939 ਦਾ ਉਹ ਸਮਾਂ ਆਉਂਦਾ ਜਿਹੜਾ ਸੈਕੰਡ ਵਰਲਡ ਵਾਰ ਸ਼ੁਰੂ ਹੋ ਚੁੱਕੀ ਸੀ। ਅੰਗਰੇਜ਼ ਜਿਹੜੇ ਭਾਰਤ ਨੂੰ ਆਪਣੇ ਵੱਲੋਂ ਲੜਾਉਣਾ ਚਾਹੁੰਦੇ ਸੀਗੇ ਤੇ ਭਾਰਤ ਦੇ ਜਿਹੜੀ ਮੰਗ ਸੀ ਉਹ ਇਹ ਸੀ ਕਿ ਇਸ ਤੋਂ ਬਾਅਦ ਸਾਨੂੰ ਆਜ਼ਾਦ ਕੀਤਾ ਜਾਵੇਗਾ, ਇਸ ਸ਼ਰਤ 'ਤੇ ਅਸੀਂ ਇਸ ਦੇ ਵਿੱਚ ਪਾਰਟੀਸਪੇਟ ਕਰਾਂਗੇ। ਤਾਂ ਬਹੁਤ ਸਾਰੀਆਂ ਜਿਹੜੀਆਂ ਘਟਨਾਵਾਂ ਨੇ ਉਸ ਸਮੇਂ ਦੌਰਾਨ ਹੋਈਆਂ ਸੀਗੀਆਂ। ਉਸ ਤੋਂ ਬਾਅਦ ਜਦੋਂ ਵਰਲਡ ਵਾਰ ਖਤਮ ਹੋਇਆ ਤਾਂ ਭਾਰਤ ਦੇ ਲੋਕਾਂ ਨੇ ਅੰਗਰੇਜ਼ਾਂ ਨੂੰ ਕਿਹਾ ਕਿ ਸਾਨੂੰ ਹੁਣ ਆਜ਼ਾਦ ਕਰ ਦੇਵੋ, ਪਰ ਅੰਗਰੇਜ਼ ਜਿਹੜੇ ਸੀ ਉਹ ਫਿਰ ਵੀ ਨਾ ਨੁੱਕਰ ਕਰਨ ਲੱਗ ਗਏ। ਤਾਂ 8 ਅਗਸਤ 1942 ਨੂੰ ਮਹਾਤਮਾ ਗਾਂਧੀ ਦੁਆਰਾ ਇੱਕ ਅੰਦੋਲਨ ਚਲਾਇਆ ਗਿਆ ਜਿਸ ਦਾ ਨਾਮ ਸੀ ਭਾਰਤ ਛੱਡੋ ਅੰਦੋਲਨ, ਕੁਇਟ ਇੰਡੀਆ ਮੂਵਮੈਂਟ। ਤੇ ਇਸ ਦੇ ਵਿੱਚ ਮਹਾਤਮਾ ਗਾਂਧੀ ਨੇ ਲੋਕਾਂ ਨੂੰ ਡੂ ਔਰ ਡਾਈ, ਕਰੋ ਜਾਂ ਮਰੋ ਦਾ ਨਾਰਾ ਦਿੱਤਾ ਸੀਗਾ ਤੇ ਭਾਰਤ ਦੇ ਵਿੱਚ ਵੱਡੇ ਪੱਧਰ 'ਤੇ ਇਹ ਜਿਹੜਾ ਅੰਦੋਲਨ ਸੀ ਉਹ ਸ਼ੁਰੂ ਕੀਤਾ ਗਿਆ ਸੀਗਾ। ਤੇ ਇਸੇ ਦੌਰਾਨ ਹੀ ਇਹਨਾਂ ਸਾਲਾਂ ਦੇ ਵਿੱਚ ਹੀ 1940 ਦੇ ਵਿੱਚ ਮੁਸਲਿਮ ਲੀਗ ਨੇ ਇੱਕ ਅਲੱਗ ਰਾਸ਼ਟਰ ਦੀ ਜਿਹੜੀ ਮੰਗ ਹੈ ਉਹ ਪੇਸ਼ ਕਰ ਦਿੱਤੀ ਸੀ। ਉਹਨਾਂ ਨੇ ਕਿਹਾ ਸੀ ਕਿ ਮੁਸਲਮਾਨਾਂ ਦੇ ਲਈ ਇੱਕ ਅਲੱਗ ਰਾਸ਼ਟਰ ਦਾ ਜਿਹੜਾ ਨਿਰਮਾਣ ਹੈ ਉਹ ਕੀਤਾ ਜਾਵੇ। ਉਸ ਤੋਂ ਬਾਅਦ ਇਹਨਾਂ ਚੀਜ਼ਾਂ ਨੂੰ ਸੌਰਟ ਆਊਟ ਕਰਨ ਦੇ ਲਈ ਬਹੁਤ ਸਾਰੀਆਂ ਜਿਹੜੀਆਂ ਮੀਟਿੰਗਾਂ ਹੋਈਆਂ। ਇੰਗਲੈਂਡ ਦੇ ਵਿੱਚੋਂ ਇੱਕ ਕੈਬਨਿਟ ਜਿਹੜਾ ਮਿਸ਼ਨ ਸੀਗਾ, ਉੱਥੋਂ ਦੇ ਕੈਬਨਿਟ ਮੰਤਰੀਆਂ ਦੀ ਇੱਕ ਕਮੇਟੀ ਸੀ ਉਹ ਭਾਰਤ ਦੇ ਵਿੱਚ ਆਈ। ਉਹਨਾਂ ਨੇ ਦੋਨਾਂ ਜਿਹੜੇ ਪੱਖ ਸੀ ਉਹਨਾਂ ਦੇ ਵਿਚਾਰ ਜਿਹੜੇ ਸੁਣੇ ਅਤੇ ਉਸ ਤੋਂ ਬਾਅਦ ਇਹ ਉਹਨਾਂ ਨੇ ਸਿੱਟਾ ਕੱਢਿਆ ਕਿ ਅਲੱਗ ਰਾਸ਼ਟਰ ਦਾ ਨਿਰਮਾਣ ਨਹੀਂ ਕੀਤਾ ਜਾਵੇਗਾ, ਵਿਭਾਜਨ ਨਹੀਂ ਹੋਵੇਗਾ। ਤਾਂ ਇਸ ਚੀਜ਼ ਦੇ ਨਾਲ ਜਿਹੜੀ ਮੁਸਲਿਮ ਲੀਗ ਸੀ ਉਸ ਦੇ ਵਿੱਚ ਰੋਸ ਪੈਦਾ ਹੋ ਗਿਆ। ਤਾਂ ਉਹਨਾਂ ਨੇ 16 ਅਗਸਤ 1946 ਨੂੰ ਪ੍ਰਤੱਖ ਕਾਰਵਾਈ ਦਿਵਸ ਮਨਾਇਆ। 16 ਅਗਸਤ ਨੂੰ ਇਸ ਦਿਵਸ ਵਜੋਂ ਮਨਾਇਆ ਜਿਸ ਦੇ ਕਾਰਨ ਪੂਰੇ ਦੇਸ਼ ਦੇ ਵਿੱਚ ਖਾਸ ਕਰਕੇ ਕਲਕੱਤਾ ਦੇ ਵਿੱਚ ਦੰਗੇ ਸ਼ੁਰੂ ਹੋ ਗਏ ਜਿਸ ਦੇ ਵਿੱਚ ਹਜ਼ਾਰਾਂ ਲੋਕਾਂ ਦੀ ਜਿਹੜੀ ਡੈਥ ਹੈ ਉਹ ਹੋ ਗਈ ਸੀ। ਤਾਂ ਇਸ ਤੋਂ ਬਾਅਦ ਮੁਸਲਿਮ ਲੀਗ ਤੇ ਕਾਂਗਰਸ ਦੇ ਵਿੱਚ ਜਿਹੜਾ ਪਾੜਾ ਸੀ ਉਹ ਵੱਧਦਾ ਹੀ ਗਿਆ ਤੇ ਉਦੋਂ ਖਤਮ ਹੋਇਆ ਜਦੋਂ 1947 ਦੇ ਵਿੱਚ ਭਾਰਤ ਦੋ ਹਿੱਸਿਆਂ ਦੇ ਵਿੱਚ ਵੰਡਿਆ ਗਿਆ। ਤਾਂ 15 ਅਗਸਤ 1947 ਨੂੰ ਭਾਰਤ ਨੂੰ ਆਜ਼ਾਦੀ ਮਿਲੀ ਤੇ ਭਾਰਤ ਹਿੰਦੁਸਤਾਨ ਅਤੇ ਪਾਕਿਸਤਾਨ ਦੋ ਮੁਲਕਾਂ ਦੇ ਵਿੱਚ ਵੰਡਿਆ ਗਿਆ। ਇਹ ਸਾਡਾ ਲੈਸਨਸ ਦੇ ਵਿੱਚ ਇਹ ਸਾਰੀਆਂ ਘਟਨਾਵਾਂ ਦਾ ਜ਼ਿਕਰ ਕੀਤਾ ਗਿਆ ਸੀ ਤੇ ਲੈਸਨ ਦੇ ਐਂਡ 'ਤੇ ਕੁਝ ਪ੍ਰਮੁੱਖ ਵਿਅਕਤੀਆਂ ਦਾ ਜ਼ਿਕਰ ਕੀਤਾ ਗਿਆ ਜਿਨ੍ਹਾਂ ਦੇ
ਰਿਗਾਰਡਿੰਗ ਕਈ ਵਾਰ ਜਿਹੜਾ ਕੁਐਸਚਨ ਆ ਐਗਜ਼ਾਮ ਦੇ ਵਿੱਚ ਆ ਜਾਂਦਾ ਹੈ। ਤਾਂ ਗੱਲ ਕਰਦੇ ਹਾਂ ਅਸੀਂ ਪਹਿਲੇ ਵਿਅਕਤੀ ਸਰਦਾਰ ਵੱਲਭ ਭਾਈ ਪਟੇਲ ਬਾਰੇ, ਜਿਹੜੇ ਕਾਂਗਰਸ ਦੇ ਵਿੱਚ ਕਾਫੀ ਇਹਨਾਂ ਦਾ ਨਾਮ ਸੀ ਤੇ ਪਹਿਲੇ ਗ੍ਰਹਿ ਮੰਤਰੀ ਬਣੇ ਸੀ ਸਾਡੇ ਦੇਸ਼ ਦੇ। ਰਿਆਸਤਾਂ ਨੂੰ ਜੋੜਨ ਦਾ ਇਹਨਾਂ ਨੇ ਕੰਮ ਕੀਤਾ ਸੀਗਾ। ਇਹਨਾਂ ਦਾ ਜਨਮ ਨਾਦਿਆਵਾੜ ਗੁਜਰਾਤ ਦੇ ਇੱਕ ਕਿਸਾਨੀ ਪਰਿਵਾਰ ਦੇ ਵਿੱਚ ਹੋਇਆ ਸੀ, ਵਿਵਸਾਈ ਪਰਿਵਾਰ ਦੇ ਵਿੱਚ, ਗਰੀਬ ਪਰਿਵਾਰ ਦੇ ਵਿੱਚ। ਤੇ 1918 ਤੋਂ ਬਾਅਦ ਇਹ ਸੁਤੰਤਰਤਾ ਅੰਦੋਲਨ ਦੇ ਵਿੱਚ, ਰਾਸ਼ਟਰੀ ਅੰਦੋਲਨ ਦੇ ਵਿੱਚ ਸ਼ਾਮਿਲ ਹੋਏ ਸੀ ਤੇ 1931 ਦੇ ਵਿੱਚ ਕਾਂਗਰਸ ਦੇ ਪ੍ਰਧਾਨ ਬਣੇ ਸੀ। ਉਸ ਤੋਂ ਬਾਅਦ ਗੱਲ ਕਰਦੇ ਹਾਂ ਜੀ ਚੱਕਰਵਰਤੀ ਰਾਜਗੋਪਾਲਚਾਰੀਆ ਦੀ। ਦੱਖਣੀ ਭਾਰਤ ਦੇ ਵਿੱਚ ਜਿਹੜਾ ਨਮਕ ਸੱਤਿਆਗ੍ਰਹਿ ਚਲਾਇਆ ਗਿਆ ਡਾਂਡੀ ਮਾਰਚ ਵਿਖੇ, ਤਾਂ ਉਸ ਦੇ ਨੇਤਾ ਚੱਕਰਵਰਤੀ ਰਾਜਗੋਪਾਲਚਾਰੀ ਸੀ। 1946 ਦੇ ਵਿੱਚ ਜਿਹੜੀ ਕਾਂਗਰਸ ਦੁਆਰਾ ਅੰਤਿਮ ਸਰਕਾਰ ਬਣਾਈ ਗਈ ਸੀ, ਉਸ ਦੇ ਮੈਂਬਰ ਵੀ ਇਹ ਰਹੇ ਤੇ ਭਾਰਤ ਦੇ ਆਜ਼ਾਦ ਹੋਣ ਤੋਂ ਬਾਅਦ ਪਹਿਲੇ ਅਤੇ ਆਖਰੀ ਗਵਰਨਰ ਜਨਰਲ ਭਾਰਤ ਦੇ ਇਹਨਾਂ ਨੂੰ ਬਣਾਇਆ ਗਿਆ ਤੇ ਇਹ ਸੀ ਜਿਹੜੇ ਉਹ ਪੂਰੇ ਦੇਸ਼ ਦੇ ਵਿੱਚ ਰਾਜਾ ਜੀ ਦੇ ਨਾਮ ਨਾਲ ਪ੍ਰਸਿੱਧ ਸੀਗੇ। ਉਸ ਤੋਂ ਬਾਅਦ ਮੌਲਾਨਾ ਆਜ਼ਾਦ ਦੀ ਅਸੀਂ ਗੱਲ ਕਰਦੇ ਹਾਂ। ਇਹਨਾਂ ਦਾ ਜਨਮ ਮੱਕਾ ਵਿਖੇ ਹੋਇਆ ਸੀ। ਪਿਤਾ ਇਹਨਾਂ ਦੇ ਬੰਗਾਲੀ ਸੀ ਤੇ ਮਾਂ ਅਰਬ ਮੂਲ ਦੀ ਸੀ। ਇਹ ਸ਼ੁਰੂ ਦੇ ਵਿੱਚ ਇਹ ਹਿੰਦੂ ਮੁਸਲਿਮ ਏਕਤਾ ਦੇ ਹਮਾਇਤੀ ਸੀ, ਚਾਹੁੰਦੇ ਸੀ ਕਿ ਹਿੰਦੂ ਮੁਸਲਿਮ ਜਿਹੜੇ ਲੋਕ ਨੇ ਉਹ ਇਕੱਠੇ ਰਹਿਣ ਤੇ ਜਿਨ੍ਹਾਂ ਦਾ ਜਿਹੜਾ 2 ਰਾਸ਼ਟਰਾਂ ਦਾ ਸਿਧਾਂਤ ਦਿੱਤਾ ਗਿਆ ਸੀ ਉਸ ਦਾ ਵੀ ਵਿਰੋਧ ਕਰਦੇ ਰਹੇ। ਪਰ ਬਾਅਦ ਦੇ ਵਿੱਚ ਇਹਨਾਂ ਨੇ ਪਾਕਿਸਤਾਨ ਦੀ ਸਥਾਪਨਾ ਦੇ ਪੱਖ ਦੇ ਵਿੱਚ ਹੁੰਗਾਰਾ ਭਰਿਆ ਸੀਗਾ। ਮੁਹੰਮਦ ਅਲੀ ਜਿੰਨਾ ਮੁਸਲਿਮ ਲੀਗ ਦੇ ਨੇਤਾ, ਪਾਕਿਸਤਾਨ ਨੂੰ ਬਣਾਉਣ ਦੇ ਵਿੱਚ ਸਭ ਤੋਂ ਅਹਿਮ ਰੋਲ ਇਹਨਾਂ ਨੇ ਅਦਾ ਕੀਤਾ। 1920 ਤੱਕ ਇਹ ਹਿੰਦੂ ਮੁਸਲਿਮ ਏਕਤਾ ਦੇ ਸਮਰਥਕ ਰਹੇ। 2 ਰਾਸ਼ਟਰਾਂ ਦਾ ਸਿਧਾਂਤ ਇਹਨਾਂ ਨੇ ਦਿੱਤਾ ਸੀਗਾ ਤੇ 1934 ਤੋਂ ਬਾਅਦ ਇਹਨਾਂ ਨੇ ਪਾਕਿਸਤਾਨ ਬਣਾਉਣ ਦੀ ਜਿਹੜੀ ਮੰਗ ਹੈ ਉਸ ਨੂੰ ਸਪੋਰਟ ਕਰਨਾ ਸ਼ੁਰੂ ਕਰਤਾ ਸੀ। ਪਹਿਲਾਂ ਇਹਨਾਂ ਨੇ ਪਾਕਿਸਤਾਨ ਦਾ ਕਦੇ ਜ਼ਿਕਰ ਨਹੀਂ ਕੀਤਾ ਸੀ, ਸਿਰਫ ਇਹ ਮੁਸਲਿਮਾਂ ਦੇ ਲਈ ਅਲੱਗ ਇਲੈਕਸ਼ਨਸ ਦੀ ਗੱਲ ਕਰਦੇ ਸੀ। ਪਰ 1934 ਤੋਂ ਬਾਅਦ ਇਹਨਾਂ ਨੇ ਪਾਕਿਸਤਾਨ ਦੇ ਅਲੱਗ ਰਾਸ਼ਟਰ ਬਣਾਉਣ ਦੀ ਜਿਹੜੀ ਗੱਲ ਹੈ ਉਹ ਵੱਡੇ ਲੈਵਲ 'ਤੇ ਲੋਕਾਂ ਸਾਹਮਣੇ ਲਿਆਉਣੀ ਸ਼ੁਰੂ ਕਰ ਦਿੱਤੀ ਸੀ। ਤਾਂ ਇਹ ਸੀ ਸਾਡਾ ਲੈਸਨ ਜੀ, ਰਾਸ਼ਟਰੀ ਅੰਦੋਲਨ 1870 ਤੋਂ ਲੈ ਕੇ 1947 ਤੱਕ ਦਾ ਸਮਾਂ। ਤੇ ਅਗਲੇ ਲੈਸਨ ਦੇ ਵਿੱਚ ਅਸੀਂ ਪੜ੍ਹਾਂਗੇ 1947 ਤੋਂ ਬਾਅਦ, ਮੀਨਸ ਸੁਤੰਤਰਤਾ ਤੋਂ ਬਾਅਦ ਦਾ ਭਾਰਤ ਕਿਹੋ ਜਿਹਾ ਸੀ ਜਾਂ ਉਦੋਂ ਸਾਡੀ ਸਰਕਾਰ ਅੱਗੇ ਕਿਹੜੀਆਂ-ਕਿਹੜੀਆਂ ਸਮੱਸਿਆਵਾਂ ਪੇਸ਼ ਆਈਆਂ। ਤਾਂ ਸਾਡਾ ਚੈਨਲ ਸਬਸਕ੍ਰਾਈਬ ਕਰੋ ਜੀ, ਗਗਨ ਐਜੂਕੇਸ਼ਨ। ਸਾਡਾ WhatsApp ਗਰੁੱਪ ਦਾ ਲਿੰਕ ਤੇ Telegram ਦਾ ਲਿੰਕ ਜਿਹੜਾ ਉਹ ਡਿਸਕ੍ਰਿਪਸ਼ਨ ਦੇ ਵਿੱਚ ਦਿੱਤਾ ਹੋਇਆ, ਤੁਸੀਂ ਜੁਆਇਨ ਕਰ ਸਕਦੇ ਹੋਗੇ। ਤੇ ਸ਼ੇਅਰ ਕਰਦੇ ਰਹੋ ਅਤੇ ਦੇਖਦੇ ਰਹੋ ਸਾਡਾ ਚੈਨਲ ਗਗਨ ਐਜੂਕੇਸ਼ਨ।